ਅਸੀਂ 2 ਸਾਕਿਆਂ ਦਾ ਸਰਵਣ ਕੀਤਾ। ਤੀਸਰਾ ਸਾਕਾ ਜਾਂ ਵੱਡਾ ਸਾਕਾ, ਜਿਸ ਨੂੰ ਅਸੀਂ ਨਾਮਧਾਰੀ ਇਤਿਹਾਸ ਵਿੱਚ ਯਾਦ ਕਰਦੇ ਹਾਂ। ਵੱਡਾ ਸਾਕਾ ਇਸ ਕਰਕੇ ਕਿ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਸਿੰਘ ਜਿਹੜੇ ਨੇ ਉਹ ਸ਼ਹੀਦ ਹੁੰਦੇ ਨੇ। 1857 ਤੋਂ ਬਾਅਦ ਜਿਹੜੀ ਕ੍ਰਾਂਤੀ ਹੋਈ, ਉਸ ਤੋਂ ਬਾਅਦ ਜੇ ਬ੍ਰਿਟਿਸ਼ ਗੌਰਮੈਂਟ ਨੂੰ ਹੱਥਾਂ ਪੈਰਾਂ ਦੀਆਂ ਜਾਂ ਉਹਨਾਂ ਦੇ ਪ੍ਰਬੰਧ ਦੇ ਵਿੱਚ ਇੱਕੋ ਦਮ ਜਿਹੜੀ ਹੜਬੜਾਹਟ ਹੈ ਪੈਦਾ ਹੁੰਦੀ ਹੈ, ਤਾਂ ਉਹ ਇਹ ਸਾਕਾ ਪੈਦਾ ਕਰਦਾ ਹੈ। ਉਸ ਰੁਕੇ ਹੋਏ ਸਾਰੇ ਸਿਸਟਮ ਨੂੰ, ਜਿਹਦੇ ਵਿੱਚ ਅੰਗਰੇਜ਼ ਆਪਣੇ ਆਪ ਨੂੰ ਕਾਬਜ਼ ਸਮਝ ਬੈਠਾ ਹੈ, ਜਿੱਥੇ ਅੰਗਰੇਜ਼ ਨੂੰ ਇਸ ਤਰ੍ਹਾਂ ਲੱਗਦਾ ਕਿ ਹੁਣ ਕੋਈ ਆਵਾਜ਼ ਨਹੀਂ ਉੱਠੇਗੀ, ਜੇ ਕੋਈ ਉੱਠੇਗੀ ਤੇ ਇੱਕਾ ਦੁੱਕਾ ਉਹ ਦਬਾ ਦਿੱਤੀ ਜਾਵੇਗੀ। ਇਹ ਇੱਕ ਵੱਡਾ ਸਾਕਾ ਉਹਨਾਂ ਦੇ ਫੇਲੀਅਰ ਨੂੰ, ਜਿਹੜਾ ਉਹਨਾਂ ਦਾ ਸਿਸਟਮ ਹੈ, ਉਸ ਨੂੰ ਬਿਆਨ ਕਰਦਾ ਹੈ ਕਿ ਕਿਸ ਤਰ੍ਹਾਂ ਰੋਸ ਸੀ ਪੰਜਾਬ ਦੇ ਲੋਕਾਂ ਦੇ ਵਿੱਚ ਜਾਂ ਪੰਜਾਬ ਦੇ ਨੌਜਵਾਨਾਂ ਦੇ ਵਿੱਚ। ਮੈਂ ਇਹ ਅਰਜ਼ ਤਾਂ ਕੀਤੀ ਹੈ, ਇਕੱਲੇ ਕੂਕਿਆਂ ਦੀ ਗੱਲ ਇਸ ਕਰਕੇ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਸਾਕੇ ਦੇ ਵਿੱਚ ਸ਼ਹੀਦ ਹੋਣ ਵਾਲੇ ਕੁਝ ਬੰਦੇ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਭੈਣੀ ਸਾਹਿਬੋਂ ਨਹੀਂ ਤੁਰੇ, ਉਹ ਰਸਤੇ ਦੇ ਵਿੱਚੋਂ ਰਲੇ ਨੇ। ਉਹ ਨੌਜਵਾਨ ਜਿਹੜੇ ਉਹਨਾਂ ਨੂੰ ਚੱਲਦਿਆਂ ਹੋਇਆਂ ਵੇਖ ਕੇ, ਉਸ ਜਥੇ ਨੂੰ ਜਾਂਦਿਆਂ ਹੋਇਆਂ ਵੇਖ ਕੇ, ਉਹਨਾਂ ਨੇ ਆਖਿਆ ਕਿੱਥੇ ਚੱਲੇ ਹੋ? ਅੰਗਰੇਜ਼ ਨਾਲ ਟੱਕਰ ਲੈਣ ਵਾਸਤੇ ਚੱਲੇ ਆ, ਅੰਗਰੇਜ਼ ਨਾਲ ਲੜਨ ਵਾਸਤੇ ਚੱਲੇ ਆ, ਇਹਨਾਂ ਝੂਠੀਆਂ ਰਿਆਸਤਾਂ ਨੂੰ ਦੱਸਣ ਵਾਸਤੇ ਚੱਲੇ ਆ ਕਿ ਅਸੀਂ ਜਿਉਂਦੇ ਹਾਂ। ਉਹ ਨਾਲ ਤੁਰ ਪਏ, ਅਸੀਂ ਵੀ ਨਾਲ ਜਾਵਾਂਗੇ। ਹੀਰਾ ਸਿੰਘ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਰੀ ਜਦੋਂ ਇੱਥੋਂ ਤੁਰਨਾ ਹੈ, ਉਹਨਾਂ ਦਿਨਾਂ ਦੇ ਵਿੱਚ ਹੀ ਸਤਿਗੁਰੂ ਜੀ ਨੇ ਹੁਕਮ ਕੀਤਾ ਸੀ ਕਿ ਹੀਰਾ ਸਿਆਂ ਤੂੰ ਵੀ ਭਜਨ ਦੇ ਦਿਆ ਕਰ। ਇਸ ਕਰਕੇ ਰਸਤੇ ਦੇ ਵਿੱਚ ਜਿਹੜੇ ਸਿੱਖ ਇਹਨਾਂ ਦੇ ਨਾਲ ਹੋ ਕੇ ਤੁਰੇ, ਉਹਨਾਂ ਨੂੰ ਭਜਨ ਹੀਰਾ ਸਿੰਘ ਨੇ ਦਿੱਤਾ ਹੈ। ਇਹ ਘਟਨਾ ਜਿਹੜੀ ਹੈ ਸਾਰੀ ਕੋਈ ਇੱਕ ਦਿਨ ਦੀ ਨਹੀਂ ਵਾਪਰਦੀ ਕਿ ਸਵੇਰੇ ਉਹਨਾਂ ਨੇ ਰਾਤ ਸ਼ਾਮ ਨੂੰ ਸੋਚਿਆ, ਸਵੇਰੇ ਜਿਹੜਾ ਸੀ ਉਹ ਚੱਲ ਪਏ। ਇਹਦੇ ਵਾਸਤੇ ਮੈਂ ਪਹਿਲਾਂ ਵੀ ਅਰਜ਼ ਕੀਤੀ ਹੈ ਕਿ ਇਹਦੇ ਵਾਸਤੇ ਸਾਰਾ ਗਰਾਊਂਡ ਤਿਆਰ ਹੋ ਚੁੱਕਿਆ ਸੀ। ਬਿਸ਼ਨ ਸਿੰਘ ਜਦੋਂ ਕਾਬਲ ਤੋਂ ਆਣ ਕੇ ਇਹਨਾਂ ਨੂੰ ਸਕਰੋਦੀ ਮਿਲਦਾ ਤੇ ਸੂਬਾ ਬਿਸ਼ਨ ਸਿੰਘ ਹੋਰੀ ਉਦੋਂ ਇਹਨਾਂ ਨੂੰ ਕਹਿੰਦੇ ਨੇ ਕਿ ਉਹ ਬੰਦੇ ਤਿਆਰ ਹੋਵੋ ਜਿਨ੍ਹਾਂ ਨੇ ਸੀਸ ਦੇਣਾ ਹੈ, ਜਿਹੜੇ ਧਰਮ ਵਾਸਤੇ, ਜਿਹੜੇ ਦੇਸ਼ ਵਾਸਤੇ, ਜਿਹੜੇ ਕੌਮ ਵਾਸਤੇ ਲੜ ਸਕਦੇ ਨੇ, ਉਹ ਬੰਦੇ ਤਿਆਰ ਹੋਵੋ। ਤੇ ਇਹ ਇੱਕ ਸ਼ਹੀਦੀ ਜਥਾ ਜਿਹੜਾ ਹੈ ਉਹ ਸਕਰੋਦੀ ਤੋਂ ਹੀ ਤਿਆਰ ਹੋ ਜਾਂਦਾ ਹੈ। ਜਦੋਂ ਸਕਰੋਦੀ ਹੀਰਾ ਸਿੰਘ ਦੇ ਮਾਤਾ ਜਿਹੜੇ ਨੇ ਉਹ ਭੋਗ ਪਾਉਂਦੇ ਨੇ ਅਖੰਡ ਪਾਠਾਂ ਦੇ, ਉਸ ਤੋਂ ਹੀ ਇਸ ਜਥੇ ਦੀ ਸ਼ੁਰੂਆਤ ਹੋ ਜਾਂਦੀ ਹੈ। ਜਿਹੜਾ ਜਥਾ ਆਪਣੇ ਆਪ ਨੂੰ ਅਰਪਣ ਕਰਨ ਵਾਸਤੇ, ਇਸ ਦੇਸ਼ ਦੇ ਉੱਤੋਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਸਤੇ ਤਿਆਰ ਹੁੰਦਾ ਹੈ, ਉਹ ਜਥਾ ਤੁਰਦਿਆਂ ਤੁਰਦਿਆਂ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਦੇ ਨਾਲ ਵੀ ਉਹ ਜਥਾ ਰਹਿੰਦਾ ਹੈ, ਉਸ ਜਥੇ ਦੇ ਉਹ ਮਸਤਾਨੇ ਸਿੰਘ ਜਾਂ ਉਹ ਹੀਰਾ ਸਿੰਘ ਹੋਰੀ ਸਾਰੇ ਉਹ ਨਾਲ ਰਹਿੰਦੇ ਨੇ। ਪਰ ਉਹਨਾਂ ਦਾ ਮਿਸ਼ਨ ਜਿਹੜਾ ਹੈ, ਉਹਨਾਂ ਦਾ ਏਮ ਜਿਹੜਾ ਹੈ ਉਹ ਬਿਲਕੁਲ ਕਲੀਅਰ ਹੈ। ਇਹ ਵੀ ਗੱਲ ਹੀਰਾ ਸਿੰਘ ਦੀ ਆਉਂਦੀ ਹੈ। ਹੀਰਾ ਸਿੰਘ ਇਹ ਗੱਲ ਕਹਿੰਦਾ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੇ ਨਾ ਮਿਲਦੇ ਤਾਂ ਅਸੀਂ ਵੀ ਉਹਨਾਂ ਲੱਖਾਂ ਨੌਜਵਾਨਾਂ ਦੇ ਵਾਂਗੂ ਬਿਨਾਂ ਹੀ ਇੱਕ ਕਿਸੇ ਮੁੱਖ ਮਕਸਦ ਤੋਂ ਮਰ ਜਾਣਾ ਸੀ। ਸਾਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਮਕਸਦ ਦਿੱਤਾ, ਸਾਨੂੰ ਨਵੀਂ ਜ਼ਿੰਦਗੀ ਦਿੱਤੀ, ਸਾਨੂੰ ਪ੍ਰੇਰਨਾ ਦਿੱਤੀ। ਇਹ ਵੀ ਗੱਲ ਹੀਰਾ ਸਿੰਘ ਕਰਦਾ ਹੈ ਵੀ ਸਾਨੂੰ ਇੱਕ ਮਕਸਦ ਮਿਲ ਗਿਆ ਕਿ ਅਸੀਂ ਕੁਝ ਕਰਨਾ ਹੈ ਆਪਣੇ ਦੇਸ਼ ਵਾਸਤੇ, ਆਪਣੀ ਕੌਮ ਵਾਸਤੇ, ਇਸ ਪੰਜਾਬ ਵਾਸਤੇ ਅਸੀਂ ਕੁਛ ਨਾ ਕੁਛ ਕਰਕੇ ਜਾਣਾ ਹੈ। ਕਿਉਂਕਿ ਉਹ ਲੰਬੀ ਇੱਕ ਗੱਲਬਾਤ ਹੈ ਜਿਹਦੇ ਵਿੱਚ ਹੀਰਾ ਸਿੰਘ ਕਹਿੰਦਾ ਮਰ ਤੇ ਸਭ ਨੇ ਜਾਣਾ ਹੈ, ਇਹ ਸਰੀਰ ਲੈ ਕੇ ਕੋਈ ਇਸ ਸੰਸਾਰ ਤੇ ਰਿਹਾ ਨਹੀਂ, ਪਰ ਅਸੀਂ ਜਿਸ ਭਾਵ ਨਾਲ ਮਰਨਾ ਹੈ, ਜਿਸ ਚਾਅ ਨਾਲ ਮਰਨਾ ਹੈ, ਲੋਕ ਸਾਨੂੰ ਯਾਦ ਕਰਨਗੇ ਕਿ ਇਸ ਤਰ੍ਹਾਂ ਵੀ ਚਾਅ ਹੁੰਦਾ ਹੈ ਮਰਨ ਦਾ। ਕਿਉਂਕਿ ਅੰਗਰੇਜ਼ ਜਿਨ੍ਹਾਂ ਨੂੰ ਫਾਂਸੀਆਂ ਦੇ ਰਿਹਾ ਹੈ, ਇਸ ਤੋਂ ਪਹਿਲਾਂ, ਇਸ ਸਾਕੇ ਤੋਂ ਪਹਿਲਾਂ ਕੂਕਿਆਂ ਨੂੰ, ਉਹ ਬਿਲਕੁਲ ਲੋਕਾਂ ਦੇ ਸਾਹਮਣੇ ਫਾਂਸੀਆਂ ਦਿੱਤੀਆਂ ਜਾ ਰਹੀਆਂ ਨੇ। ਆਪਾਂ ਵੇਖਦੇ ਹਾਂ ਅੰਮ੍ਰਿਤਸਰ ਸਾਹਿਬ ਵਾਲੀ, ਜਾਂ ਜਿੱਥੇ ਰਾਏਕੋਟ ਸੂਲੀ ਗੱਡ ਕੇ ਫਾਂਸੀ ਦਿੱਤੀ ਜਾਂਦੀ ਹੈ, ਲੋਕਾਂ ਦੇ ਸਾਹਮਣੇ ਦਿੱਤੀ ਜਾਂਦੀ ਹੈ ਕਿ ਲੋਕ ਵੇਖ ਕੇ ਡਰਨ ਵੀ ਅੰਗਰੇਜ਼ ਇਸ ਤਰ੍ਹਾਂ ਕਰਦਾ ਹੈ। ਪਰ ਦੂਸਰੇ ਬੰਨੇ ਉਹਦਾ ਅਸਰ ਉਲਟਾ ਹੈ। ਕੂਕੇ ਉਦੋਂ ਵੀ ਜ਼ਿਆਦਾ ਤਿਆਰੀ ਦੇ ਨਾਲ ਤਿਆਰ ਹੁੰਦੇ ਨੇ। ਇੱਥੇ ਜਦੋਂ ਇਹ ਜਥਾ ਤਿਆਰ ਹੋ ਰਿਹਾ ਹੈ, ਕਿਉਂਕਿ ਇਹ ਸਮਾਂ ਸੀ ਮਾਘੀ ਦਾ ਮੇਲਾ, ਜਿਹਦੇ ਤੋਂ ਪਹਿਲਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੇ ਪਾਬੰਦੀਆਂ ਲੱਗਦੀਆਂ ਨੇ ਕਿ ਤੁਸੀਂ ਮਾਘੀ ਦੇ ਮੇਲੇ ਤੇ ਮੁਕਤਸਰ ਨਹੀਂ ਜਾ ਸਕਦੇ। ਇਸ ਕਰਕੇ ਮੇਲਾ ਸ੍ਰੀ ਭੈਣੀ ਸਾਹਿਬ ਰੱਖਿਆ ਜਾਂਦਾ ਹੈ। ਮਾਤਾ ਜੱਸਾਂ ਦੇ ਨਿਮਿਤ ਭੋਗ ਪੈਣੇ ਨੇ, ਤੇ ਨਾਲ ਹੀ
ਜਿਹੜੇ ਸਾਡੇ ਸਿੰਘ ਸ਼ਹੀਦ ਹੋ ਚੁੱਕੇ ਨੇ ਸਾਕਿਆਂ ਦੇ ਵਿੱਚ, ਉਹਨਾਂ ਦੇ ਨਿਮਿਤ ਭੋਗ ਪੈਣੇ ਨੇ। 101 ਪਾਠਾਂ ਦੇ ਭੋਗ ਜਿਹੜੇ ਸਨ ਉਹ ਇਸ ਭੈਣੀ ਸਾਹਿਬ ਦੀ ਧਰਤੀ ਦੇ ਉੱਤੇ ਪਾਏ ਗਏ, ਤੇ ਉਹ 25 ਤੋਂ ਵੱਧ ਬੀੜਾਂ ਜਿਹੜੀਆਂ ਨੇ ਉਹ ਇੱਥੇ ਪ੍ਰਕਾਸ਼ ਹੋਈਆਂ ਨੇ ਇਸ ਧਰਤੀ ਤੇ। ਉਹ ਮੇਲਾ ਜਿਹੜਾ ਉਹ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਆਈ ਹੋਈ ਹੈ। ਅੰਗਰੇਜ਼ ਵੀ ਸਾਰੀ ਜਿਹੜੀ ਰਿਪੋਰਟ ਲੈ ਰਿਹਾ ਹੈ ਕਿ ਕੌਣ ਕਿਸ ਤਰ੍ਹਾਂ ਕਰਦਾ ਪਿਆ। ਤੇ ਇਸ ਮੇਲੇ ਦੇ ਵਿੱਚ ਉਹ ਸਿੰਘ ਜਿਹੜੇ ਨੇ ਜਿਨ੍ਹਾਂ ਨੇ ਉਸ ਤੋਂ ਬਾਅਦ ਜਾਣਾ ਹੈ ਜਾਂ ਜਿਨ੍ਹਾਂ ਨੇ ਮਨ ਬਣਾਇਆ ਹੋਇਆ ਹੈ ਇਸ ਮੇਲੇ ਤੋਂ ਬਾਅਦ ਕੋਈ ਵੱਡੀ ਕਾਰਵਾਈ ਕਰਨ ਦਾ, ਉਹਨਾਂ ਦੇ ਵਿੱਚ ਨੰਦ ਸਿੰਘ ਵਰਗਾ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਇੱਥੇ ਜਕਾਰੇ ਛੱਡਦਾ ਹੋਇਆ ਇਹ ਗੱਲਾਂ ਬਾਰ-ਬਾਰ ਕਰਦਾ ਹੈ, ਉਹ ਭਾਈ ਜਿਹਨੇ ਜਾਣਾ ਹੈ ਧਰਮ ਜਹਾਜ਼ ਦੇ ਚੜ੍ਹਨਾ ਹੈ ਉਹ ਤਿਆਰ ਹੋ ਜਾਓ, ਇਹ ਜ਼ਿੰਦਗੀ ਸਦਾ ਨਹੀਂ ਰਹਿਣੀ। ਉਹ ਕਦੀ ਕਿੱਥੇ ਜਕਾਰੇ ਛੱਡਦਾ, ਕਦੀ ਕਿੱਥੇ ਜਕਾਰੇ ਛੱਡਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨੂੰ ਬਾਰ-ਬਾਰ ਵੇਖਦੇ ਨੇ। ਸਤਿਗੁਰੂ ਕਹਿੰਦੇ ਇਹ ਸੌਰੀ ਦਾ ਤਾਂ ਪਹਿਲਾਂ ਹੀ ਮਰੂਗਾ। ਇੰਨਾ ਚਾਅ ਉਹਨੂੰ, ਆਪਣਾ ਮਰਨ ਦਾ ਹੀ ਚਾਅ ਇੰਨਾ ਜ਼ਿਆਦਾ। ਉਹ ਫਿਰ ਮਲੌਦ ਜਦੋਂ ਇਸ ਜਥਾ ਤੁਰਦਾ, ਮਲੌਦ ਹੀ ਸ਼ਹੀਦ ਹੋ ਜਾਂਦਾ ਆਨੰਦ ਸਿੰਘ। ਇਹ ਸੂਰਮੇ ਜਦੋਂ ਇੱਥੋਂ ਤੁਰਦੇ ਨੇ, ਇਸ ਤੇ ਤੁਰਨ ਦੇ ਉੱਤੇ ਵੀ ਜਿਹੜੀਆਂ ਗੱਲਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਹੁੰਦੀਆਂ ਨੇ। ਸਾਡਾ ਇਤਿਹਾਸਕਾਰ ਇਹ ਗੱਲ ਲਿਖਦਾ ਹੈ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ ਵਿੱਚ ਵੀ ਆਉਂਦਾ ਕਿ ਸਵਾਮੀ ਤਖਤ ਸਿੰਘ ਹੁਰੀ, ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ, ਸੱਚ ਪਾਤਸ਼ਾਹ ਕਹਿੰਦੇ ਨੇ, ਉਹ ਦੱਸਦੇ ਸਨ ਕਿ ਜਦੋਂ ਇਹ ਜਥਾ ਤੁਰਿਆ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਭੈਣੀ ਸਾਹਿਬ ਤੋਂ ਅਕਾਲ ਬੁੰਗੇ ਦੀ ਆਪਾਂ ਵਿੱਥ ਜਾਣਦੇ ਹਾਂ, ਕੋਈ ਜ਼ਿਆਦਾ ਨਹੀਂ। ਅਕਾਲ ਬੁੰਗੇ ਉਹਨਾਂ ਨੂੰ ਮਿਲਣ ਵਾਸਤੇ ਜਾਂਦੇ ਨੇ ਤੇ ਪਹਿਲਾਂ ਸਿੰਘਾਂ ਨੂੰ ਕਹਿ ਦਿੰਦੇ ਭਾਈ ਮੇਰੇ ਪਿੱਛੇ ਕੋਈ ਨਾ ਆਇਓ, ਤੇ ਸਤਿਗੁਰੂ ਜੀ ਉਹਨਾਂ ਨੂੰ ਜਾ ਕੇ ਮਿਲਦੇ ਨੇ। ਜਿੰਨੇ ਚਿਰ ਨੂੰ ਸਵਾਮੀ ਤਖਤ ਸਿੰਘ ਹੁਰੀ ਜਾਂਦੇ ਨੇ ਇਹ ਸੁਣਨ ਵਾਸਤੇ, ਉਹ ਕਹਿੰਦੇ ਨੇ ਵੀ ਮੈਂ ਇਹ ਹੁਕਮ ਮੰਨਿਆ, ਪਿੱਛੇ ਨਹੀਂ ਗਿਆ। ਜਦੋਂ ਸਤਿਗੁਰੂ ਜੀ ਪਹੁੰਚ ਕੇ ਮੈਂ ਉਸ ਤੋਂ ਬਾਅਦ ਇੱਥੋਂ ਤੁਰਿਆ ਕਿ ਸੁਣ ਕੇ ਤੇ ਆਵਾਂ ਸਤਿਗੁਰੂ ਜੀ ਕੀ ਆਖਦੇ ਨੇ। ਉਦੋਂ ਤੋਂ ਪਹਿਲਾਂ ਹੀਰਾ ਸਿੰਘ ਨੂੰ ਸਤਿਗੁਰੂ ਜੀ ਕੰਨ ਦੇ ਵਿੱਚ ਕੁਝ ਗੱਲਾਂ ਕਰਦੇ ਨੇ ਜਿਹੜੀਆਂ ਕਿ ਬਾਹਰੀ ਰੂਪ ਦੇ ਵਿੱਚ ਕਿਤੇ ਵੀ ਪ੍ਰਗਟ ਨਹੀਂ ਹੋਈਆਂ, ਪਰ ਇੰਨੀ ਕੁ ਗੱਲ ਪ੍ਰਗਟ ਹੋਈ ਕਿ ਹੀਰਾ ਸਿੰਘ 3 ਵਾਰੀ ਸਤ ਬਚਨ ਆਖਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਹੜੀਆਂ ਉਹਨੂੰ ਗੱਲਾਂ ਆਖਦੇ ਨੇ ਉਹਦੇ ਮੂੰਹ ਚੋਂ 3 ਵਾਰੀ ਸਤ ਬਚਨ ਨਿਕਲਦਾ ਹੈ। ਉਸ ਤੋਂ ਬਾਅਦ ਸਵਾਮੀ ਜੀ ਹੁਰੀ ਵੀ ਉੱਥੇ ਪਹੁੰਚ ਜਾਂਦੇ ਨੇ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਰੀ ਗੱਲਬਾਤ ਉਹਨਾਂ ਦੇ ਨਾਲ ਕਰਦੇ ਨੇ। ਉਹਨਾਂ ਦੀ ਤਿਆਰੀ ਵੇਖਦੇ ਨੇ ਕਿਸ ਤਰ੍ਹਾਂ ਦੀ ਹੈ, ਕੀ ਕਰਨਾ ਹੈ। ਤੇ ਇੱਥੋਂ ਤੱਕ ਵੀ ਕਿ ਸਤਿਗੁਰੂ ਜੀ ਉਹਨਾਂ ਨੂੰ ਪੁੱਛਦੇ ਨੇ, ਹੀਰਾ ਸਿਆਂ ਪਨੀਰੀ ਛੋਟੀ ਹੈ, ਅੱਖ ਲੱਗਾ ਜੀ ਹੁਕਮ ਹੋ ਗਿਆ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਹੁਕਮ ਦਿੰਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਅੰਗਰੇਜ਼ ਦੀ ਜਰ ਲਵਾਂਗੇ, ਗੁਰੂ ਤੇਗ ਬਹਾਦਰ ਪਾਤਸ਼ਾਹ ਸੱਚੀ ਸਰਕਾਰ ਦੀ ਨਹੀਂ ਜਰੀ ਜਾਂਦੀ, ਅੰਗਰੇਜ਼ ਦੀ ਜਰ ਲਵਾਂਗੇ। ਇਹ ਪਹਿਲਾਂ ਹੀ ਤਿਆਰੀ ਹੈ। ਮੈਂ ਇਸ ਤਿਆਰੀ ਨੂੰ ਤਾਂ ਇਹ ਗੱਲ ਕਰਦਾ ਪਿਆ, ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਧਰਤੀ ਤੋਂ ਤੁਰਦੇ ਨੇ ਤੇ ਇਹਨਾਂ ਦਾ ਗੜਵਈ ਹੈ ਚੇਤ ਸਿੰਘ ਮੋਰੋਂ ਦਾ, ਉਹ ਸਤਿਗੁਰੂ ਜੀ ਨੂੰ ਕੋਲ ਗੜਵਾ ਲੈ ਕੇ ਆਉਂਦਾ ਕਿ ਚੱਲਣ ਵਾਸਤੇ ਤਿਆਰ ਹੁੰਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ, ਤੂੰ ਗ੍ਰਿਸ਼ਤੀ ਹੈ, ਤੂੰ ਇੱਥੇ ਰਹਿ। ਨਾਨੂ ਸਿੰਘ ਨੂੰ ਇਸ ਸਮੇਂ ਵਾਸਤੇ ਆਖਿਆ ਹੋਇਆ, ਨਾਨੂ ਸਿੰਘ ਨੂੰ ਆਖਿਆ ਹੋਇਆ। ਹੁਣ ਨਾਨੂ ਸਿੰਘ ਨੂੰ ਆਖਿਆ ਹੋਇਆ, ਇਹ ਗੱਲ ਸਪਸ਼ਟ ਕਰ ਦਿੰਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਸੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਨੂੰ ਜਿਹੜਾ ਹੈ ਉਹ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਸਾਰੀ ਤਿਆਰੀ ਹੋਈ ਹੈ। ਇਸ ਸ਼ਹੀਦੀ ਜਥਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇੱਥੇ ਇਹਨਾਂ ਨੂੰ ਇਹ ਵੀ ਕਹਿੰਦੇ ਨੇ, ਤੁਸੀਂ 3 ਦਿਨ ਦਾ ਪ੍ਰਸ਼ਾਦ ਨਹੀਂ ਛਕਿਆ। ਕਹਿੰਦੇ ਜੀ ਤੁਸੀਂ ਛਕਾਇਆ ਹੀ ਨਹੀਂ। ਹੀਰਾ ਸਿੰਘ ਕਹਿੰਦਾ ਜੀ ਤੁਸੀਂ ਛਕਾਇਆ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਲੱਖਾ ਸਿਆਂ ਪ੍ਰਸ਼ਾਦ ਕਰਾ। ਕਹਿਰ ਦਾ ਪ੍ਰਸ਼ਾਦ ਸਤਿਗੁਰੂ ਜੀ ਉਸ ਦਾ ਨਾਮ ਕਹਿੰਦੇ ਨੇ ਵੀ ਕਹਿਰ ਦਾ ਪ੍ਰਸ਼ਾਦ ਹੈ, ਆਖਰੀ ਹੈ। ਫਿਰ ਇੱਥੋਂ ਤੱਕ ਸਤਿਗੁਰਾਂ ਨੇ ਆਖਿਆ ਰਸਤ ਨਾਲ ਬੰਨ ਲਓ, ਤੇ ਹੀਰਾ ਸਿੰਘ ਨੇ ਆਖਿਆ ਜੀ ਹੁਣ ਇੱਥੇ ਛੱਕ ਚੱਲੇ ਆ, ਇੱਕ ਪ੍ਰਸ਼ਾਦਾ ਹੋਰ ਹੈ, ਇਸ ਤੋਂ ਅੱਗੇ ਤੇ ਫਿਰ ਅਸੀਂ ਹਮਲਾ ਕਰ ਦੇਣਾ, ਅਸੀਂ ਪੈ ਜਾਣਾ, ਸਾਡੀ ਟੱਕਰ ਹੋਵੇਗੀ। ਜੇ ਜਿੱਤ ਗਏ ਫਿਰ ਵਾਧੂ ਰਸਤਾ, ਜੇ ਹਾਰ ਗਏ ਫਿਰ ਅਗਲੇ ਛਕਾਉਣਗੇ। ਇਹ ਇੱਕ ਤਿਆਰੀ ਹੈ ਵੀ ਰਸਤ ਨਾਲ ਲੈ ਲਓ। ਉਹ ਕਹਿੰਦੇ ਜੀ ਲੋੜ ਨਹੀਂ ਪੈਣੀ ਰਸਤ ਦੀ, ਕਿਉਂਕਿ ਆਹ ਛੱਕ ਚੱਲੇ ਆ, ਇੱਕ ਪ੍ਰਸ਼ਾਦਾ ਹੋਰ ਹੈ, ਉਸ ਤੋਂ ਬਾਅਦ ਤਾਂ ਹਮਲਾ ਕਰ ਦੇਣਾ। ਫਿਰ ਜਿੱਤ ਹਾਰ ਦੱਸੇਗੀ ਕਿ ਕੌਣ ਪ੍ਰਸ਼ਾਦਾ ਛਕਦਾ, ਉਹ ਛਕਦੇ ਨੇ ਜਾਂ ਅਸੀਂ ਛਕਦੇ ਹਾਂ, ਇਹ ਫਿਰ ਜਿੱਤ ਹਾਰ ਦੱਸੇਗੀ। ਤਾਂ ਉਹ ਸਿੰਘ ਜਿਹੜੇ ਨੇ ਇੱਥੋਂ, ਉਹ 13 ਸਿੰਘ ਨੇ, ਯਾਦ ਰੱਖਿਓ, 2 ਬੀਬੀਆਂ ਨੇ ਉਹਨਾਂ ਦੇ ਵਿੱਚ, ਜਦੋਂ ਇੱਥੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਪ੍ਰਸ਼ਾਦਾ ਛਕਦੇ ਨੇ। ਉਸ ਤੋਂ ਬਾਅਦ ਹੰਡਿਆਏ ਵਾਲੀ ਇੰਦ ਕੌਰ, ਇਹਦੇ ਬਾਰੇ ਮੈਂ ਜ਼ਿਕਰ ਪਹਿਲਾਂ ਵੀ ਵੂਮਨ ਡੇ ਵਾਲੇ ਦਿਨ ਵੀ ਜ਼ਿਕਰ ਕੀਤਾ ਸੀ ਕਿ ਇਹ ਸਾਡੀ ਉਹ ਵੀਰਾਂਗਣ ਹੈ ਜਿਹੜੀ ਮੋਹਰੀ ਹੁੰਦੀ ਹੈ ਇਸ ਜਥੇ ਦੇ ਵਿੱਚ, ਜਿਹੜੀ ਆਪਣੇ ਭਰਾਵਾਂ ਦੇ ਨਾਲ ਚੱਲਦੀ ਹੈ,
ਜਿਹੜੀ ਲੜਦੀ ਹੈ। ਤੇ ਇਹਦੇ ਬਾਰੇ ਮੈਂ ਇੱਕ ਜ਼ਿਕਰ ਹੋਰ ਕਰ ਦੇਵਾਂ। ਬਦਨ ਸਿੰਘ ਜਿਹੜਾ ਹੈ ਉਹ ਮੁਨਕਰ ਹੋ ਜਾਂਦਾ ਕਿ ਮੈਂ ਹਥਿਆਰ ਨਹੀਂ ਦਿੰਦਾ, ਕਿਉਂਕਿ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਅੰਗਰੇਜ਼ ਸਰਕਾਰ ਮੇਰੀ ਜਗੀਰ ਜ਼ਬਤ ਕਰ ਦੇਗੀ ਜੇ ਮੈਂ ਇਹਨਾਂ ਦਾ ਸਾਥ ਦਿੱਤਾ। ਭਾਵੇਂ ਕਿ ਬਦਨ ਸਿੰਘ ਨੇ ਭੈਣੀ ਸਾਹਿਬ ਆਣ ਕੇ ਸਤਿਗੁਰਾਂ ਨੂੰ ਇਹ ਗੱਲ ਆਖੀ ਸੀ ਕਿ ਜਦੋਂ ਲੋੜ ਪਈ ਮੈਨੂੰ ਦੱਸਿਓ, ਤੇ ਹੀਰਾ ਸਿੰਘ ਨੇ ਕੋਲ ਬੈਠਿਆਂ ਇਹ ਗੱਲ ਆਖੀ ਸੀ, ਸਰਦਾਰਾ ਜ਼ਰੂਰ ਦੱਸਾਂਗੇ, ਸਮਾਂ ਆਵੇਗਾ। ਇਹ ਪਟਿਆਲੇ ਵਾਲਿਆਂ ਦਾ ਸੱਕਾ ਹੈ ਬਦਨ ਸਿੰਘ, ਕਿਉਂਕਿ ਉਹੀ ਰਿਆਸਤ ਦੇ ਵਿੱਚੋਂ ਹੀ ਇਹ ਬਦਨ ਸਿੰਘ ਸਰਦਾਰ ਹੈ, ਫੂਲਕਿਆਂ ਦਾ ਹੀ ਹੈ, ਇਹ ਸਿੱਧੂ ਬਰਾੜ ਹੈ। ਤੇ ਇਹਦੇ ਕਰਕੇ ਵਰਿਆਮ ਸਿੰਘ ਹੋਰੀ ਵੀ ਸਿੱਧੂ ਬਰਾੜ ਨੇ, ਉਹ ਵੀ ਨਾਲ ਨੇ, ਇਸ ਕਰਕੇ ਵੀ ਇੱਕ ਸਨੇਹ ਹੈ। ਫਿਰ ਇੱਥੋਂ ਮਲੋਦ ਦਾ ਇੱਕ ਸਿੱਖ ਜਿਹੜਾ ਹੈ ਉਹ ਵੀ ਨਾਲ ਹੈ, ਜਿਹਦਾ ਨਾਮ ਬ੍ਰਹਮਾ ਸਿੰਘ ਆਉਂਦਾ ਹੈ, ਉਹ ਮਲੋਦ ਦਾ ਹੈ। ਉਹਨੂੰ ਵੀ ਬੜਾ ਮਾਣ ਹੈ ਕਿ ਬਦਨ ਸਿੰਘ ਸਾਡੀ ਮਦਦ ਕਰੇਗਾ, ਪਰ ਬਦਨ ਸਿੰਘ ਨੇ ਮਦਦ ਨਾ ਕੀਤੀ, ਜਵਾਬ ਦੇ ਦਿੱਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ ਵਿੱਚ ਆਉਂਦਾ, ਮੈਂ ਬਦਨ ਸਿੰਘ ਵੇਖਿਆ। ਸਤਿਗੁਰੂ ਜੀ ਕਹਿੰਦੇ ਉਹ ਭਾਸ਼ਣ ਜਿਹੜਾ ਹੈ ਉਹ ਵੀਡੀਓ ਨਹੀਂ ਹੈਗਾ, ਆਡੀਓ ਹੈ। ਪਤਾ ਨਹੀਂ ਸੱਚੇ ਪਾਤਸ਼ਾਹ ਨੇ ਹੁਣ ਕਿੰਨਾ ਉਹ ਹੱਥ ਕੀਤਾ। ਸਤਿਗੁਰੂ ਜੀ ਕਹਿੰਦੇ ਉਹ ਮੇਰੇ ਤੋਂ ਵੀ ਇੰਨਾ ਜਵਾਨ ਸੀ, ਕੁਛ ਹੱਥ ਕਰਕੇ ਇਸ਼ਾਰਾ ਕਰਦੇ ਨੇ ਕਿ ਉਹ ਮੇਰੇ ਤੋਂ ਵੀ ਇੰਨਾ ਜਵਾਨ ਸੀ। ਤੇ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਤਾਪ ਸਿੰਘ ਜੀ ਦੀਆਂ ਤਸਵੀਰਾਂ ਜਾਂ ਵੀਡੀਓ ਆਪਾਂ ਵੇਖੀਆਂ ਨੇ। ਉਹ ਇੰਨਾ ਜਵਾਨ ਬੰਦਾ, ਤੇ ਜਦੋਂ ਇਹ ਜਵਾਬ ਦਿੰਦਾ ਉਦੋਂ ਇੰਦ ਕੌਰ ਉਹਦੇ ਮੂੰਹ ਦੇ ਉੱਤੇ ਗੰਡਾਸਾ ਮਾਰਦੀ ਹੈ। ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹ ਨਿਸ਼ਾਨ ਵੇਖਿਆ, ਜਿਹੜਾ ਗੰਡਾਸਾ ਵੱਜਿਆ ਨਾ ਉਹਦੇ ਮੂੰਹ ਦੇ ਉੱਤੇ, ਉਹ ਨਿਸ਼ਾਨ ਵੇਖਿਆ। ਸਤਿਗੁਰੂ ਜੀ ਦੇ ਉਪਦੇਸ਼ 'ਚ ਆਉਂਦਾ। ਉਹ ਇੰਦ ਕੌਰ ਕਿੰਨੀ ਬੇਬਾਕ ਤੇ ਕਿੰਨੀ ਨਿਡਰ ਹੋਏਗੀ, ਤੁਸੀਂ ਸੋਚ ਕੇ ਵੇਖੋ, ਜਿਹਨੇ ਉਸ ਸਰਦਾਰ ਦੇ ਮੂੰਹ ਤੇ ਗੰਡਾਸਾ ਮਾਰਿਆ, ਵੀ ਨਾਲ ਸ਼ਬਦ ਵਰਤੇ, ਕੁੱਤਿਆ ਹੁਣ ਮੁੱਕਰਦਾ, ਉਦੋਂ ਤੂੰ ਕਹਿੰਦਾ ਸੈਂ ਮੈਂ ਹਥਿਆਰ ਦੇਵਾਂਗਾ, ਉਦੋਂ ਮਦਦ ਦੀ ਵਾਸਤੇ ਕਹਿੰਦਾ ਸੈਂ। ਇਹ ਬਦਨ ਸਿੰਘ ਹੁਰੀ ਇੱਥੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਕ ਗੱਲ ਹੋਰ, ਕਿਉਂਕਿ ਉਸ ਸਮੇਂ ਸੱਚੇ ਪਾਤਸ਼ਾਹ ਬਹੁਤ ਸਾਰੇ ਲੋਕ ਉਹ ਨੇ, ਕਿਉਂਕਿ ਅਸੀਂ ਬਹੁਤ ਸਾਰਾ ਕਈ ਵਾਰ ਅੰਗਰੇਜ਼ੀ ਰਿਕਾਰਡ ਦੇ ਅਨੁਸਾਰ ਜਾਂ ਇਤਿਹਾਸਕਾਰਾਂ ਦੇ ਅਨੁਸਾਰ ਕੋਈ ਗੱਲ ਕਰਦੇ ਹਾਂ, ਕਈ ਵਾਰ ਟਪਲਾ ਵੀ ਲੱਗ ਸਕਦਾ, ਵਾਧ ਘਾਟ ਹੋ ਸਕਦੀ ਹੈ। ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਬਹੁਤ ਸਾਰੇ ਉਹ ਬੰਦੇ ਜਿਉਂਦੇ ਸਨ। ਜਦੋਂ ਹਰਨਾਮ ਸਿੰਘ ਬਗਲੀ ਕਲਾਂ ਵਾਲਾ ਲਿਖਦਾ ਪਿਆ, ਉਹ ਕਹਿੰਦਾ ਸਾਡੇ ਪਿੰਡ ਦੇ ਬੰਦੇ ਰੜ ਗਏ ਹੋਏ ਸਨ ਰਿਸ਼ਤੇਦਾਰੀ ਤੇ, ਉਹਨਾਂ ਨੇ ਉਸ ਜਥੇ ਨੂੰ ਵੇਖਿਆ, ਉਸ ਜਥੇ ਨੂੰ ਕੋਈ ਗ੍ਰਿਫਤਾਰ ਕਰਨ ਵਾਸਤੇ ਨਹੀਂ ਆਇਆ। ਬਗਲੀ ਕਲਾਂ ਵਾਲਾ ਕਹਿੰਦਾ, ਉਹ ਕਹਿੰਦਾ ਉਹ ਜਥਾ ਆਪ ਜਾ ਕੇ ਸ਼ੇਰਪੁਰ ਜਿਹੜਾ ਹੈ ਆਪ ਜਾ ਕੇ ਉਹ ਪੇਸ਼ ਹੋਇਆ, ਉਹਨੂੰ ਕੋਈ ਗ੍ਰਿਫਤਾਰ ਕਰਨ ਵਾਸਤੇ ਨਹੀਂ ਆਇਆ। ਇਸ ਜਥੇ ਦਾ ਜਦੋਂ ਇੱਥੋਂ ਬਦਨ ਸਿੰਘ ਹੋਰਾਂ ਦੇ ਇਹ ਕੁਝ ਸਿੱਖ ਜਿਹੜੇ ਸਨ ਅੰਦਰ ਕਿਲੇ ਦੇ ਵਿੱਚ ਘੇਰੇ ਜਾਂਦੇ ਨੇ, ਕੁਝ ਤਾਂ ਹਥਿਆਰ ਲੈ ਕੇ ਉਹਦੇ ਘੋੜੇ ਖੋਲ ਕੇ ਉਹ ਤੁਰ ਪੈਂਦੇ ਨੇ, ਕੁਝ ਕਿਲੇ ਦੇ ਵਿੱਚ ਘਿਰੇ ਵੀ ਰਹਿ ਜਾਂਦੇ ਨੇ, ਜਿਹੜੇ ਸਵੇਰੇ ਸੂਰਜ ਦੀ ਟਿੱਕੀ ਦੇ ਨਾਲ ਜਿਹੜਾ ਹੈ ਪਿਛਲੀ ਬਾਰੀ ਖੋਲ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਪਤਾ ਸੀ ਉਹਨਾਂ ਨੂੰ, ਵਰਿਆਮ ਸਿੰਘ ਹੋਰਾਂ ਨੂੰ, ਉਹਨਾਂ ਨੂੰ ਪਤਾ ਸੀ ਕਿ ਕਿਲੇ ਦੇ ਲਹਿਣਾ ਸਿੰਘ ਹੋਰਾਂ ਨੂੰ ਪਤਾ ਸੀ ਕਿ ਕਿਲੇ ਦਾ ਜਿਹੜਾ ਗੁਪਤ ਦਰਵਾਜ਼ੇ ਜਿਹੜੇ ਰੱਖੇ ਜਾਂਦੇ ਨੇ ਉਹ ਕਿੱਧਰ ਆ, ਉਹ ਬਾਰੀ ਦਾ ਤਾਲਾ ਤੋੜ ਕੇ ਉਹ ਉਧਰਲੇ ਪਾਸਿਓਂ ਸਵੇਰੇ ਨਿਕਲਦੇ ਨੇ। ਇੱਥੇ ਲੜਾਈ ਜਿਹੜੀ ਹੈ ਉਹ ਸਰਦਾਰ ਅਤੇ ਪਿੰਡ ਵਾਲੇ ਜਿਹੜੇ ਨੇ ਉਹ ਸਿੰਘਾਂ ਨੂੰ ਡਾਕੂ ਸਮਝ ਕੇ ਉਹ ਪੈਂਦੇ ਨੇ। ਸਿੰਘਾਂ ਨੇ ਇੱਥੇ ਕਿਸੇ ਦੇ ਉੱਤੇ ਹਥਿਆਰ ਚੁੱਕਣ ਖੁਣੋਂ ਆਪਣਾ ਸਿਰਫ ਬਚਾਅ ਕੀਤਾ, ਕਿਉਂਕਿ ਉਹਨਾਂ ਦੀ ਲੜਾਈ ਉਹਨਾਂ ਦੇ ਨਾਲ ਨਹੀਂ, ਉਹਨਾਂ ਦਾ ਏਮ ਹਜੇ ਲੰਬਾ ਹੈ, ਉਹ ਉਹਨਾਂ ਨਾਲ ਲੜਨਾ ਹੀ ਨਹੀਂ ਚਾਹੁੰਦੇ। ਇਸ ਕਰਕੇ ਬਚਾਅ ਦੇ ਵਿੱਚ ਕੁਝ ਸਿੰਘ ਜਿਹੜੇ ਨੇ ਫੱਟਰ ਹੁੰਦੇ ਨੇ, 4 ਜਿਹੜੇ ਬਹੁਤ ਜ਼ਿਆਦਾ ਜ਼ਖਮੀ ਹੁੰਦੇ ਨੇ, ਤੇ 2 ਸਿੰਘ ਸ਼ਹੀਦ ਵੀ ਹੁੰਦੇ ਨੇ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਮਲੋਦ ਸੱਦਿਆ ਜਾਂਦਾ ਹੈ, 15 ਤਰੀਕ ਦੀ ਸ਼ਾਮ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਪਹੁੰਚਦੇ ਨੇ ਮਲੋਦ, ਤਾਂ ਬਦਨ ਸਿੰਘ ਦਾ ਪਿਓ ਮਿੱਤ ਸਿੰਘ ਸਰਦਾਰ ਉਦੋਂ ਜਿਉਂਦਾ ਹੈ। ਉਹ ਇਹ ਗੱਲ ਕਹਿੰਦਾ ਹੈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਥੋੜ੍ਹਾ ਜਿਹਾ ਪਰਾਂ ਹੋ ਕੇ, ਪਾਤਸ਼ਾਹ ਮੈਂ ਤੇ ਆਪ ਦਾ ਸਿੱਖ ਸੀ, ਮੇਰੇ ਨਾਲ ਇਹ ਵਾਅਦਾ ਕੀਤਾ ਉਹਨਾਂ ਨੇ। ਫਿਰ ਅਗਲੇ ਸ਼ਬਦ ਬੋਲਦਾ, ਮੇਰਾ ਪੁੱਤਰ ਮਾਰ ਦੇਣ ਲੱਗੇ ਸੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਉਹ ਗੰਡਾਸਾ ਜੋ ਮਾਰਿਆ ਬੀਬੀ ਨੇ, ਮੇਰਾ ਪੁੱਤਰ ਮਾਰ ਦੇਣ ਲੱਗੇ ਸੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਤਾਂ 2 ਮਾਰਤੇ ਤੁਸੀਂ, ਉਹਨਾਂ ਸਿੰਘਾਂ ਦੇ ਵਿੱਚੋਂ 2 ਇੱਥੇ ਸ਼ਹੀਦ ਹੁੰਦੇ, ਮੇਰੇ ਤਾਂ 2 ਮਾਰ ਦਿੱਤੇ ਤੁਸੀਂ, ਤੇਰਾ ਤਾਂ ਮਾਰ ਦੇਣ ਲੱਗੇ ਸੀ ਨਾ, ਮੇਰੇ ਤਾਂ 2 ਮਾਰ ਦਿੱਤੇ ਤੁਸੀਂ। ਸਤਿਗੁਰੂ ਜੀ ਇੱਥੇ ਇਸ ਬਦਨ ਸਿੰਘ ਨੂੰ ਇਹ ਕਹਿੰਦੇ ਨੇ। ਇਹ ਜਥਾ ਪਹਿਲਾਂ ਰੱਬੋ ਰੁਕਦਾ, ਫਿਰ ਮਲੋਦ ਇਹਨਾਂ ਦਾ ਇਹ ਟਾਕਰਾ ਹੁੰਦਾ। ਫਿਰ ਅਗਲੇ ਦਿਨ ਚੜ੍ਹਦੇ ਦੇ ਨਾਲ 15 ਨੂੰ ਇਹ ਜਥਾ ਜਿਹੜਾ ਹੈ ਇਹ ਮਰੇਲਕੋਟਲੇ ਦੀਆਂ ਬਰੂਹਾਂ ਤੱਕ ਪਹੁੰਚ ਜਾਂਦਾ ਹੈ। ਮਰੇਲਕੋਟਲੇ ਦੀ ਕਿਲੇ ਦੀ ਇੱਕ ਬੰਨਿਓਂ ਕੰਧ ਟੁੱਟੀ ਹੈ, ਜਿਸ ਪਾਸਿਓਂ ਇਹ ਅੰਦਰ ਵੜਦੇ ਨੇ। ਅਹਿਮਦ ਖਾਂ ਜਿਹੜਾ ਉਸ ਸਮੇਂ ਕੋਤਵਾਲ ਹੈ, ਦਰੋਗਾ ਹੈ, ਇਹ ਖਬਰਾਂ ਇਹਨਾਂ ਕੋਲ ਮਰੇਲਕੋਟਲੇ ਪਹੁੰਚ ਗਈਆਂ ਸਨ ਕਿ ਹਮਲਾ ਹੋਣਾ ਹੈ।
ਮਰੇਲਕੋਟਲੇ ਉੱਤੇ ਹਮਲਾ ਕਿਉਂ ਕੀਤਾ, ਇਹਦੇ ਵਿੱਚ ਵੀ ਕਈ ਗੱਲਾਂ ਨੇ। ਇਹਨਾਂ ਦਾ ਮਿਸ਼ਨ, ਜਦੋਂ ਇਹ ਗੱਲ ਕਹਿੰਦੇ ਨੇ ਕਿ ਪ੍ਰਸ਼ਾਦਾ ਅੱਜ ਛਕ ਲੈਣਾ, ਕੱਲ ਵਾਲਾ ਰਸਤੇ ਦੇ ਵਿੱਚ ਹੈ, ਫਿਰ ਤਾਂ ਜਿੱਤ ਹਾਰ ਦੱਸੇਗੀ ਪ੍ਰਸ਼ਾਦਾ ਕੌਣ ਛਕਦਾ ਹੈ। ਤਾਂ ਸਤਿਗੁਰੂ ਜੀ ਇਹਨਾਂ ਨੂੰ ਰਸਤ ਚੁਕਾਉਣੀ, ਇਹਨਾਂ ਨੇ ਨਾ ਚੁੱਕਣੀ, ਇਹ ਗੱਲਾਂ ਜਿਹੜੀਆਂ ਨੇ ਕੁਛ ਨਾ ਕੁਛ ਇਹਨਾਂ ਦੇ ਏਮ ਬਾਰੇ ਸਪਸ਼ਟ ਸਾਨੂੰ ਇਹ ਕਰ ਦਿੰਦੀਆਂ ਨੇ ਕਿ ਇਹਨਾਂ ਦਾ ਮਿਸ਼ਨ ਜਿਹੜਾ ਸੀ ਉਹ ਇਹ ਸੀ ਕਿ ਮਰੇਲਕੋਟਲਾ ਰਿਆਸਤ ਮਾਰ ਲਓ। ਇਹ ਜਿਹੜੀ ਹੈ ਉਸ ਸਮੇਂ ਮਰੇਲਕੋਟਲੇ ਰਿਆਸਤ ਦੇ ਵਾਰਸ ਜਿਹੜੇ ਨੇ ਆਪਸ ਵਿੱਚ ਲੜ ਰਹੇ ਨੇ, ਉਹਨਾਂ ਦਾ ਜਿਹੜਾ ਪ੍ਰਬੰਧ ਹੈ ਉਹ DC ਕਾਵਨ ਕਰਦਾ ਪਿਆ। ਕਮਜ਼ੋਰ ਰਿਆਸਤ ਹੈ, ਇਹਨੂੰ ਮਾਰ ਲਓ, ਫਿਰ ਪਟਿਆਲੇ ਤੇ ਨਾਭੇ ਵਾਲੇ ਤੇ ਤੁਹਾਡੇ ਅੱਗੇ ਖਲੋਂਦੇ ਨਹੀਂ। ਇਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਇਹਨਾਂ ਦੇ ਅੰਦਰ ਇਹ ਗੱਲ ਹੈ ਕਿ ਪੰਜਾਬ ਦੀਆਂ ਇਹ ਰਿਆਸਤਾਂ ਕਬਜ਼ੇ ਦੇ ਵਿੱਚ ਕਰ ਲਓ ਤੇ ਉਹ ਸਿੱਖ ਤੁਹਾਡੇ ਨਾਲ ਤੁਰਨਗੇ ਜਿਹੜੀਆਂ ਇਹਨਾਂ ਰਿਆਸਤਾਂ ਦੇ ਵਿੱਚ ਨੌਕਰੀਆਂ ਕਰਦੇ ਨੇ, ਫਿਰ ਅੰਗਰੇਜ਼ ਸਾਨੂੰ ਰੋਕ ਨਹੀਂ ਸਕੇਗਾ। ਕਿਤੇ ਨਾ ਕਿਤੇ ਇਹ ਚੀਜ਼ ਵੀ ਹੈ। ਤਤਕਾਲੀਨ ਕਾਰਨ ਦੇ ਵਿੱਚ ਗੁਰਮੁਖ ਸਿੰਘ ਫਰਵਾਈ ਵਾਲੇ ਦੀ ਵੀ ਗੱਲ ਜਿਹੜੀ ਹੈ ਉਹ ਰਲਦੀ ਹੈ, ਉਹ ਮੌਕੇ ਤੇ ਰਲਦੀ ਹੈ। ਕੋਈ ਇਸ ਤਰ੍ਹਾਂ ਨਹੀਂ ਕਿ ਉਹਦੀ ਗੱਲ ਸੁਣ ਕੇ ਹੀ ਸਿੰਘ ਤੁਰ ਪਏ ਨੇ, ਕਿਉਂਕਿ ਸਿੰਘਾਂ ਦੀ ਤਿਆਰੀ ਤਾਂ ਪਿਛਲੇ ਕਈ ਸਮੇਂ ਦੀ ਹੈ। ਤੇ ਇਹ ਜਦੋਂ ਮਰੇਲਕੋਟਲੇ ਪਹੁੰਚਦੇ ਨੇ, ਉੱਥੇ 2 ਘੰਟੇ ਲਗਾਤਾਰ ਗਹਿ ਗੱਚ ਲੜਾਈ ਹੁੰਦੀ ਹੈ। ਪਹਿਲਾਂ ਉਹ ਅਹਿਮਦ ਖਾਂ ਜਿਹੜਾ ਦਰੋਗਾ ਸੀ ਉਹ ਮਾਰ ਲਿਆ ਜਾਂਦਾ, ਉਹ ਕਾਜੀ ਜਿਹਨੇ ਬੈਲ ਕਤਲ ਕਰਾਇਆ ਸੀ ਉਹ ਵੀ ਮਾਰ ਲਿਆ ਜਾਂਦਾ। ਜਿਹੜਾ ਅੱਗੇ ਆਇਆ, ਕਿਉਂਕਿ ਦੂਸਰੇ ਬੰਨੇ ਜਾਂ ਮੰਗਵੀਆਂ ਧਾੜਾਂ ਸਨ ਜਾਂ ਤਨਖਾਹੀਏ ਸਨ, ਉਹ ਲੜ ਨਹੀਂ ਸਨ ਸਕਦੇ। ਇਹ ਤੇ ਚਾਅ ਨਾਲ ਲੜਨ ਦਾ ਸੀ। ਸਿੰਘਾਂ ਦਾ ਨੁਕਸਾਨ ਵੀ ਹੁੰਦਾ, ਸਿੰਘ ਸ਼ਹੀਦ ਹੁੰਦੇ ਨੇ। 7 ਸਿੰਘਾਂ ਦਾ ਜ਼ਿਕਰ ਆਉਂਦਾ ਇੱਥੇ ਜਿਹੜੇ ਸ਼ਹੀਦ ਹੁੰਦੇ ਨੇ। ਪਰ ਐਸੀ ਤਲਵਾਰ ਵਾਹੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਬਚਨ ਕਰਦੇ ਨੇ ਸਿਆੜ ਬੈਠੇ ਹੋਏ ਕਿ ਸਲੋਤਰਾਂ ਵਾਲਿਆਂ ਨੇ, ਡਾਂਗਾਂ ਵਾਲਿਆਂ ਨੇ, ਤੁਸੀਂ ਇਸ ਤਰ੍ਹਾਂ ਕਹਿ ਲਓ, ਡਾਂਗਾਂ ਵਾਲਿਆਂ ਨੇ ਉਹ ਕਾਰਨਾਮਾ ਕਰ ਵਿਖਾਇਆ ਜਿਹੜਾ ਕੋਈ ਨਹੀਂ ਸੀ ਕਰ ਸਕਦਾ। ਕਿਉਂਕਿ ਉਹਨਾਂ ਕੋਲ ਹਥਿਆਰ ਕਿਹੜੇ ਸਨ? ਉਹ ਕੋਈ ਵੱਡੇ ਹਥਿਆਰ ਤਾਂ ਉਹਨਾਂ ਦੇ ਕੋਲ ਨਹੀਂ ਸਨ। ਤੇ ਦੂਸਰੇ ਬੰਨੇ ਲੜਨ ਵਾਲੇ ਜਿਹੜੇ ਨੇ, ਉਹਨਾਂ ਕੋਲ ਜਿਹੜੇ ਉਹਨਾਂ ਦੇ ਮੁਕਾਬਲੇ ਦੇ ਉੱਤੇ ਨੇ, ਉਹਨਾਂ ਸਾਰਿਆਂ ਕੋਲ ਚੰਗੇ ਹਥਿਆਰ ਨਹੀਂ। ਜਦੋਂ ਹੀਰਾ ਸਿੰਘ ਹੁਰੀ ਬਾਹਰ ਨਿਕਲਦੇ ਨੇ ਮਰੇਲਕੋਟਲੇ ਤੋਂ ਬਾਹਰ, ਤਾਂ ਇੱਕ ਨਿਸ਼ਾਨੇਬਾਜ਼ ਬੰਦੇ ਨੂੰ ਉਹ ਇੱਕੋ ਹੀ ਗੋਲੀ ਹੁੰਦੀ, ਉਹ ਨਿਸ਼ਾਨਾ ਮਾਰਦਾ, ਘੋੜੇ ਤੇ ਗੋਲੀ ਵੱਜਦੀ ਹੀਰਾ ਸਿੰਘ ਦੇ, ਘੋੜਾ ਜਿਹੜਾ ਉਹ ਉੱਥੇ ਥਾਂ ਮਰਦਾ। ਉਹ ਗੋਲੀਆਂ ਵੀ ਚੱਲਦੀਆਂ ਨੇ, ਗੋਲੀਆਂ ਦਾ ਮੁਕਾਬਲਾ ਉਹ ਸਫਾ ਜੰਗਾਂ ਦੇ ਨਾਲ ਕਰਦੇ ਪਏ ਨੇ, ਤਲਵਾਰਾਂ ਦੇ ਨਾਲ ਕਰਦੇ ਪਏ ਨੇ। ਇੱਥੇ ਹੀ ਜਦੋਂ ਉਹ ਬਾਹਰ ਨਿਕਲਦੇ ਨੇ, ਇਸ ਮਰੇਲਕੋਟਲੇ ਦੀਆਂ ਜਿਹੜੀ ਧਾੜ ਆ ਉਹਨੂੰ 2-3 ਵਾਰੀ ਅੰਦਰ, ਕਿਉਂਕਿ ਉਹਨਾਂ ਦਾ ਮਿਸ਼ਨ ਲੋਕਾਂ ਨੂੰ ਮਾਰਨਾ ਬਿਲਕੁਲ ਨਹੀਂ ਸੀ। ਪਰ ਜਿਹੜੇ ਲੋਕ ਉਹਨਾਂ ਦੀ ਸ਼ਹਿ ਦੇ ਵਿੱਚ ਆਣ ਕੇ ਉਹਨਾਂ ਦੇ ਨਾਲ ਲੜਦੇ ਨੇ, ਉਹਨਾਂ ਨੂੰ ਸਿੰਘ ਰੋਕਦੇ ਵੀ ਨੇ, ਉਹਨਾਂ ਤੋਂ ਸਿਰਫ ਬਚਾਅ ਕਰਦੇ ਨੇ, ਉਹਨਾਂ ਨੂੰ ਮਾਰਦੇ ਨਹੀਂ। ਉਹ ਮਰੇਲਕੋਟਲੇ ਨੂੰ ਤੋਂ ਬਾਹਰ ਨਿਕਲਦੇ ਨੇ, ਰੜ ਪਿੰਡ ਵੱਲ ਨੂੰ ਆਪਾਂ ਸਾਰੇ ਜਾਣਦੇ ਹਾਂ। ਪਿੱਛੋਂ ਸਮੁੰਦ ਖਾਂ ਪਠਾਨ ਜਿਹੜਾ ਕਿ ਉਸ ਸਮੇਂ ਮਰੇਲਕੋਟਲੇ ਨਹੀਂ ਸੀ ਪਰ ਆਪਣੇ ਇਲਾਕੇ ਦੇ ਵਿੱਚ ਬੜਾ ਮੰਨਿਆ ਪਰਮੰਨਿਆ ਸੀ, ਉਹ ਆਣ ਕੇ ਹੀਰਾ ਸਿੰਘ ਨੂੰ ਵੰਗਾਰਦਾ, ਹੀਰਾ ਸਿੰਘ ਤੇ ਵਾਰ ਕਰਦਾ। ਹੀਰਾ ਸਿੰਘ ਗੁੱਟ ਅੱਗੇ ਕਰਦਾ, ਉਹ ਢਾਲ ਨਾ ਹੋਣ ਕਰਕੇ, ਤੇ ਅੱਖ ਦੇ ਫੁਰਕਾਰੇ ਤੋਂ ਪਹਿਲਾਂ ਜਦੋਂ ਉਹਦਾ ਹਜੇ ਵਾਰ ਖਤਮ ਵੀ ਨਹੀਂ ਹੋਇਆ, ਹੀਰਾ ਸਿੰਘ ਵਾਰ ਕਰਦਾ, ਉਹਦਾ ਸਿਰ ਜਿਹੜਾ ਸੀ ਉਹ ਥੱਲੇ ਡਿੱਗ ਜਾਂਦਾ ਘੋੜੇ ਦੇ ਪੈਰਾਂ 'ਚ। ਸਮੁੰਦ ਖਾਂ ਪਠਾਨ ਮਰਦਾ। ਉਹ ਜਿਹੜੀ ਹੋਰ ਉਹਦੇ ਨਾਲ ਜਿਹੜੇ ਆਏ ਹੁੰਦੇ ਨੇ, ਉਹ ਇਹ ਚੀਜ਼ ਵੇਖ ਕੇ ਵਾਪਸ ਮੁੜਦੇ ਨੇ। ਰੜ ਪਿੰਡ ਤੋਂ ਜਾ ਕੇ ਜਦੋਂ ਹੀਰਾ ਸਿੰਘ ਹੁਰੀ ਆਪਣੀ ਬਰਛੀ ਗੱਡਦੇ ਨੇ, ਉੱਥੋਂ ਤੱਕ ਹਰਨਾਮ ਸਿੰਘ ਬਗਲੀ ਕਲਾਂ ਜਿਹੜਾ ਇਹ ਗੱਲ ਕਰਦਾ ਹੈ ਕਿ ਕੋਈ ਬੰਦਾ ਨਹੀਂ ਆਇਆ ਇਹਨਾਂ ਨੂੰ ਫੜਨ ਵਾਸਤੇ, ਕਿਸੇ ਦੀ ਹਿੰਮਤ ਨਹੀਂ ਸੀ ਕਿ ਇਹਨਾਂ ਦੇ ਅੱਗੇ ਆ ਸਕੇ। ਇੱਕ ਵਾਰੀ ਹੀਰਾ ਸਿੰਘ ਸਰਦਾਰ ਜਦੋਂ ਮਲੋਦ ਤੋਂ ਚੱਲਦੇ ਨੇ, ਕਿਉਂਕਿ ਮਲੋਦ ਹਮਲੇ ਤੋਂ ਬਾਅਦ ਜਿਹੜੀ ਗੱਲ ਹੁੰਦੀ ਹੈ, ਮਰੇਲਕੋਟਲੇ ਵੜਨ ਤੋਂ ਪਹਿਲਾਂ ਹੀਰਾ ਸਿੰਘ ਸਰਦਾਰ ਇੱਕ ਵਾਰੀ ਲਕੀਰ ਇੱਥੇ ਖਿੱਚੀ ਅਕਾਲ ਪੁੰਗੇ ਵਾਲੇ ਸਥਾਨ ਦੇ ਉੱਤੇ ਕਿ ਉਹ ਚੱਲੇ ਜਿਹਨੇ ਸਿਰ ਦੇਣਾ ਹੈ, ਜਿਹਨੇ ਨਹੀਂ ਦੇਣਾ ਉਹ ਨਾ ਆਵੇ। ਉਦੋਂ ਆਪਾਂ ਜਾਣਦੇ ਹਾਂ ਕਿ ਉਹਨਾਂ ਦੇ ਨਾਲ ਜਿਹੜੇ ਤੁਰੇ ਭੈਣੀ ਸਾਹਿਬ ਦੇ ਵਿੱਚੋਂ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ 140 ਦੇ ਕਰੀਬ ਹੈ। ਫਿਰ ਉਹਨਾਂ ਨੇ ਉੱਥੇ ਜਾ ਕੇ ਵੀ ਲਕੀਰ ਖਿੱਚੀ ਵੀ ਭਾਈ ਹੁਣ ਵੀ ਕਿਸੇ ਦਾ ਮਨ, ਕਿਉਂਕਿ ਬਹੁਤ ਸਾਰਿਆਂ ਨੂੰ ਤੇ ਇਹ ਗੱਲ ਦਾ ਪਤਾ ਨਹੀਂ ਸੀ ਨਾ ਕਿ ਜੰਗ ਕਿਸ ਤਰ੍ਹਾਂ ਦਾ ਹੋਣਾ, ਮੁਕਾਬਲੇ ਕਿਸ ਤਰ੍ਹਾਂ ਦੇ ਬਣਨੇ ਨੇ। ਇਹ ਮਲੋਦ ਜਾ ਕੇ ਵੀ ਲਕੀਰ ਖਿੱਚਦੇ ਨੇ ਹੀਰਾ ਸਿੰਘ ਹੁਰੀ ਵੀ ਹੁਣ ਵੀ ਜਿਹਨੇ ਜਾਣਾ ਉਹ ਤੁਰੇ ਸਾਡੇ ਨਾਲ, ਜਿਹਨੇ ਸਿਰ ਦੇਣੇ ਨੇ, ਜਿਹੜਾ ਨਹੀਂ ਦੇਣੇ, ਜਿਹੜਾ ਨਹੀਂ ਚਾਹੁੰਦਾ ਉਹ ਇੱਥੋਂ ਵੀ ਵਾਪਸ ਮੁੜ ਸਕਦਾ। ਤੇ ਫਿਰ ਤੀਸਰੀ ਵਾਰ ਰੜ ਪਿੰਡ ਦੇ ਵਿੱਚ ਜਾ ਕੇ ਇਹ ਗੱਲ ਹੁੰਦੀ ਹੈ। ਹੁਣ
ਅਸੀਂ ਆਪਣਾ ਕੰਮ ਕਰ ਲਿਆ, ਜਿੰਨਾ ਬਾਪੂ ਜੀ ਦਾ ਹੁਕਮ ਸੀ ਉਹਨਾਂ ਹੁਕਮ ਵਜਾ ਲਿਆ। ਹੁਣ ਅਸੀਂ ਸਿਰ ਦੇਵਾਂਗੇ, ਸੀਸ ਦੇਵਾਂਗੇ। ਇਹ ਗੁਲਾਮੀ ਦੇ ਸੰਗਲ ਜਿਹੜੇ ਨੇ ਬਿਨਾਂ ਸ਼ਹੀਦੀਆਂ ਤੋਂ ਕੱਟੇ ਨਹੀਂ ਜਾਣੇ। ਇਸ ਕਰਕੇ ਅਸੀਂ ਬਿਲਕੁਲ ਤਿਆਰ ਹਾਂ ਸ਼ਹੀਦ ਹੋਣ ਵਾਸਤੇ। ਇੱਥੇ ਉਹ ਰਵੇ, ਇੱਥੇ ਉਹ ਸਿੰਘ ਜਿਹੜੇ ਨੇ ਰਹਿਣ ਜਿਨ੍ਹਾਂ ਨੇ ਖਿੜੇ ਮੱਥੇ ਸੀਸ ਦੇਣੇ ਨੇ। ਉਹਨਾਂ ਦੇ ਵਿੱਚ ਫਿਰ ਜਿਹੜੇ ਰਹਿੰਦੇ ਨੇ ਉਹਨਾਂ ਦੀ ਗਿਣਤੀ ਅਸੀਂ ਉਹ ਸ਼ਹੀਦਾਂ ਦੇ ਵਿੱਚ ਹੈ, ਕਿਉਂਕਿ ਉੱਥੋਂ ਬਹੁਤ ਸਾਰੇ ਸਿੰਘ ਜਿਹੜੇ ਨੇ ਉਹ ਜਾਂਦੇ ਵੀ ਨੇ, ਬਹੁਤ ਸਾਰੇ ਸਿੰਘ ਸੁਰਦੇ ਵੀ ਨੇ। ਮਲੇਰਕੋਟਲੇ ਦੇ ਨੇੜੇ ਤੇੜੇ ਇੱਕ ਵਾਰੀ ਅਸੀਂ ਇੱਕ ਪਿੰਡ ਦੇ ਵਿੱਚ ਨੇੜੇ ਗਏ ਸੀ, ਉੱਥੇ ਵੀ 2 ਸਿੰਘ ਸਾਡੇ ਸ਼ਹੀਦ ਹੋਏ ਸੀ। ਉਹਦੇ ਨਾਲ ਵਾਲਾ ਪਿੰਡ ਸੀ, ਉੱਥੇ ਵੀ ਕੂਕਿਆਂ ਦੀਆਂ ਮੱਟੀਆਂ ਨਾਂ ਦਾ ਇੱਕ ਜਗ੍ਹਾ ਬਣੀ ਹੋਈ ਸੀ, ਉੱਥੇ ਵੀ ਸਿੰਘ ਸ਼ਹੀਦ ਹੋਏ ਸੀ। ਇਸ ਤਰ੍ਹਾਂ ਸਾਡੇ ਸਿੰਘ ਉੱਥੋਂ ਨਿਕਲਦੇ ਨੇ। ਕੁਝ ਫੱਟੜ ਸਨ, ਸਿਆਲਾਂ ਦੇ ਦਿਨ ਸਨ, ਮੀਂਹ ਪੈ ਰਿਹਾ ਸੀ। 16 ਤਰੀਕ ਨੂੰ ਸਾਰਾ ਦਿਨ ਮੀਂਹ ਪੈਂਦਾ ਰਿਹਾ। ਇਸੇ ਕਰਕੇ ਉਸ ਰੱਕੜ ਦੇ ਵਿੱਚ ਉਸ ਕਲਰ ਦੇ ਵਿੱਚ ਪਾਣੀ ਖੜਾ ਸੀ, ਜਿਹਦਾ ਇਸ਼ਨਾਨ ਕਰਕੇ ਸਿੰਘਾਂ ਨੇ ਜਦੋਂ ਤੋਪਾਂ ਦੇ ਅੱਗੇ ਹੋਏ ਨੇ। ਅੰਗਰੇਜ਼ ਪ੍ਰਬੰਧ ਕਰਕੇ ਤੋਪਾਂ ਰੱਕੜ ਦੇ ਵਿੱਚ ਲੈ ਕੇ ਆਉਂਦਾ। ਉਹਨਾਂ ਸਿੰਘਾਂ ਨੂੰ ਸ਼ੇਰਪੁਰ ਥਾਣੇ ਤੋਂ ਉੱਥੇ ਪਹੁੰਚਾਇਆ ਜਾਂਦਾ। ਸਫ਼ਰ ਵੀ ਆਪਾਂ ਸਾਰੇ ਜਾਣਦੇ ਹੈਗਾ। ਜਿਹੜੇ ਤੁਰ ਸਕਦੇ ਸਨ ਤੁਰ ਕੇ ਕੀਤਾ, ਜਿਹੜੇ ਜ਼ਖਮੀ ਸਨ ਉਹਨਾਂ ਨੇ ਗੱਡਿਆਂ ਤੇ ਕੀਤਾ। ਉਹ ਮਲੇਰਕੋਟਲੇ ਦੇ ਰੱਕੜ ਵਿੱਚ ਸਾਰੇ ਇਕੱਠੇ ਕੀਤੇ ਜਾਂਦੇ ਨੇ। ਫਿਰ ਅੰਗਰੇਜ਼ ਤੋਪ ਚਲਾਉਂਦਾ ਹੈ। ਉਹ ਸਜ਼ਾ ਉਹ ਫਾਂਸੀਆਂ ਦੇ ਕੇ ਵੇਖ ਬੈਠਾ, ਕਾਲੇ ਪਾਣੀ ਦੀਆਂ ਸਜ਼ਾਵਾਂ ਦੇ ਕੇ ਵੇਖ ਬੈਠਾ। ਇਹ ਸਾਰਾ ਕੁਝ ਉਹ ਕਰਕੇ ਵੇਖ ਬੈਠਾ। ਪਰ ਕੂਕੇ ਜਿਹੜੇ ਨੇ ਉਹਨਾਂ ਦਾ ਜਿਹੜਾ ਮਕਸਦ ਹੈ ਉਹ ਅੱਗੇ ਤੋਂ ਅੱਗੇ ਵਧਿਆ, ਘਟਿਆ ਨਹੀਂ। ਹੁਣ ਉਹ ਲਸਾਨੀ ਸਜ਼ਾ ਦੇਣਾ ਚਾਹੁੰਦਾ ਹੈ ਜਿਹਦੇ ਨਾਲ ਇਹ ਰੁਕ ਜਾਣ। ਇਸ ਕਰਕੇ ਉਹ ਤੋਪਾਂ ਦਾ ਪ੍ਰਬੰਧ ਕਰਦਾ। ਨਾਭੇ ਪਟਿਆਲੇ ਵਾਲੇ ਦੀਆਂ ਤੋਪਾਂ ਆਉਂਦੀਆਂ ਨੇ। ਉਹ ਤੋਪਾਂ ਦੇ ਵਿੱਚੋਂ ਕੁਝ ਉੱਥੇ ਅੱਜ ਪਈਆਂ ਵੀ ਨੇ, ਆਪਾਂ ਵੇਖਦੇ ਹਾਂ। ਉਹ ਤੋਪਾਂ ਆਣ ਗੱਡੀਆਂ ਜਾਂਦੀਆਂ ਨੇ। 9 ਤੋਪਾਂ ਨੇ। 7 ਸਿੰਘਾਂ ਵਾਲੇ ਪਾਸੇ ਨੂੰ 2 ਜਿਹੜੀਆਂ ਨੇ ਉਹ ਰਾਖਵੀਆਂ ਰੱਖੀਆਂ ਜਾਂਦੀਆਂ ਨੇ ਜੇ ਕੋਈ ਵਾਰ ਚੜ੍ਹ ਕੇ ਆ ਗਈ। ਕਿਉਂਕਿ ਇਸ ਹਫ਼ਤੇ ਦੇ ਵਿੱਚ ਪੂਰੀ ਰਿਪੋਰਟ ਇਹ ਚੱਲਦੀ ਰਹਿੰਦੀ ਹੈ ਜਿਹੜੀ ਫੂਲਕੀਆਂ ਰਿਆਸਤਾਂ ਦੇ ਨਾਲ ਹੁੰਦੀ ਹੈ ਅੰਗਰੇਜ਼ ਦੀ, ਕਿ ਕੂਕੇ ਹੁਣ ਫਿਰ ਹਮਲਾ ਕਰ ਸਕਦੇ ਨੇ। ਇਸ ਪੂਰੇ ਹਫ਼ਤੇ ਦੇ ਵਿੱਚ ਜਿਹੜਾ ਸੀ ਉਹ ਇਸ ਤਰ੍ਹਾਂ ਦੀਆਂ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਨੇ। ਉਹ 2 ਤੋਪਾਂ ਇਸ ਵਾਸਤੇ ਰੱਖੀਆਂ ਜਾਂਦੀਆਂ ਨੇ। DC ਕਾਵਣ ਆਪ ਆਉਂਦਾ, ਹੋਰ ਉਸ ਦਾ ਜਿੰਨਾ ਵੀ ਰਿਆਸਤੀ ਰਾਜਿਆਂ ਦੇ ਜਿਹੜੇ ਵੱਡੇ ਆਪਣੇ ਨਾਇਬ ਨੇ, ਵਕੀਲ ਨੇ, ਉਹ ਜਿਹੜੇ ਭੇਜੇ ਹੋਏ ਨੇ ਅੰਗਰੇਜ਼ ਦੇ ਨਾਲ ਜਿਹੜੇ ਗੱਲਬਾਤ ਕਰਦੇ ਨੇ, ਉਹ ਇੱਥੇ ਨੇ, ਮੌਜੂਦ ਨੇ। ਉਹਨਾਂ ਦੇ ਵਹਿੰਦਿਆਂ ਉਹ ਸਰਦਾਰ ਆਪ ਆਪਣੇ ਆਪ ਨੂੰ ਪੇਸ਼ ਕਰਦੇ ਨੇ। 7 ਦੀਆਂ ਪਾਲਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ। ਪਹਿਲੇ ਦਿਨ 17 ਵਾਲੇ ਦਿਨ ਜਦੋਂ ਇਹ ਤੋਪ ਚੱਲਦੀ ਹੈ ਤੇ ਲਾਸਟ ਸ਼ਹੀਦ ਜਿਹੜਾ ਸੀ ਉਹ ਸ਼ਹੀਦ ਬਿਸ਼ਨ ਸਿੰਘ ਸੀ, ਜਿਹਦੇ ਬਾਰੇ ਬਾਅਦ ਵਿੱਚ ਕਾਮਨ ਪਾਰਲੀਮੈਂਟ ਵਿੱਚ ਬੋਲਦਾ, ਇੰਗਲੈਂਡ ਪਾਰਲੀਮੈਂਟ ਵਿੱਚ ਬੋਲਦਾ, ਇਹ ਗੱਲ ਕਹਿੰਦਾ ਕਿ ਉਹ ਮੁੰਡਾ ਮੈਨੂੰ ਮਾਰ ਦੇਣ ਲੱਗਾ ਸੀ। ਉਹਨੇ ਇੰਨੇ ਜ਼ਬਰਦਸਤ ਤਰੀਕੇ ਦੇ ਨਾਲ ਮੈਨੂੰ ਹੱਥ ਪਾਇਆ ਜਾਂ ਮੇਰੀ ਦਾੜੀ ਨੂੰ ਫੜਿਆ ਕਿ ਉਹਨੇ ਮੈਨੂੰ ਧਰਤੀ ਦੇ ਉੱਤੇ ਸੁੱਟ ਲਿਆ। ਇਹ ਗੱਲ ਉਹਨੇ ਆਪਣੇ ਪਾਰਲੀਮੈਂਟ ਦੇ ਵਿੱਚ ਕਬੂਲੀ ਹੈ। ਉਹ ਮੁੰਡਾ ਮੈਨੂੰ ਮਾਰ ਦੇਣ ਲੱਗਾ ਸੀ, ਜੇ ਨਾ ਮਾਰਦੇ ਅਸੀਂ ਕਿਉਂ ਨਾ ਉਹਨਾਂ ਨੂੰ ਮਾਰਦੇ। ਉਹ ਖੁੰਖਾਰ ਸਨ, ਉਹ ਮਾਰ ਦਿੰਦੇ ਸਾਨੂੰ। ਉਹ ਇਸ ਤਰ੍ਹਾਂ ਦੀ ਗੱਲ ਉਹ ਆਪਣੇ ਭਾਸ਼ਣ ਦੇ ਵਿੱਚ ਕਰਦਾ ਹੈ। ਤੇ ਉਹ ਲਾਸਟ ਸ਼ਹੀਦ ਬਿਸ਼ਨ ਸਿੰਘ ਸੀ। ਤੇ ਉਹ ਸਮਾਂ ਕਿਉਂਕਿ ਲੱਗਦਾ, ਉਹ ਇੱਕ ਵਾਰੀ ਸਾਰੇ ਹਿੱਲ ਜਾਂਦੇ ਨੇ ਜਦੋਂ DC ਕਾਮਣ ਦੀ ਦਾੜੀ ਜਦੋਂ ਫੜੀ ਜਾਂਦੀ ਹੈ, ਉਹ ਧਰਤੀ ਤੇ ਡਿੱਗਦਾ ਤਾਂ ਕੁਛ ਉਹਨੂੰ ਸਮਾਂ ਲੱਗਣਾ ਸੀ। ਇਸ ਕਰਕੇ ਸ਼ਾਮ ਹੋਣ ਤੋਂ ਬਾਅਦ ਜਿਹੜੇ ਨੇ ਇਹ ਸਾਡੇ ਸਿੰਘ 49 ਤੇ ਇੱਕ ਬਿਸ਼ਨ ਸਿੰਘ 50 ਸਿੰਘ ਜਿਹੜੇ ਨੇ ਉਹ 17 ਤਰੀਕ ਨੂੰ ਸ਼ਹੀਦ ਹੋ ਜਾਂਦੇ ਨੇ। ਉਸ ਤੋਂ ਦੂਸਰੇ ਪਾਸੇ ਸ੍ਰੀ ਭੈਣੀ ਸਾਹਿਬ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 15 ਨੂੰ ਸ਼ਾਮ ਨੂੰ ਮਲੋਦ ਪਹੁੰਚਦੇ ਨੇ। ਉੱਥੋਂ ਸਿਆੜ ਪਹੁੰਚ ਜਾਂਦੇ ਨੇ ਸਰਦਾਰ ਬੇਲਾ ਸਿੰਘ ਦੇ ਘਰ, ਉੱਥੇ ਰਾਤ ਰਹਿੰਦੇ ਨੇ। ਜਦੋਂ ਤੋਪ ਚੱਲਦੀ ਹੈ ਉਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਾਹਨ ਸਿੰਘ ਨੂੰ ਕਹਿੰਦੇ ਨੇ, ਵੇਖ ਤੋਪ ਪਰ ਮਾਰਿਆ। ਭਾਵ ਇਹ ਸੀ ਕਿ ਤੋਪ ਖਾਲੀ ਚੱਲ ਰਹੀ ਹੈ ਜਾਂ ਤੋਪ ਕਿਸੇ ਨੂੰ ਉਡਾ ਰਹੀ ਹੈ। ਕਾਹਨ ਸਿੰਘ ਕੋਠੇ ਤੇ ਚੜ੍ਹ ਕੇ ਉਸ ਆਵਾਜ਼ ਨੂੰ ਸੁਣਦਾ ਤੋਪਾਂ ਦੀ ਨੂੰ, ਥੱਲੇ ਆਣ ਕੇ ਕਹਿੰਦਾ, ਪਾਤਸ਼ਾਹ ਤੋਪ ਪਰ ਮਾਰਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹ ਕਿਹੜਾ ਸਮਾਂ ਹੋਏਗਾ ਅਸੀਂ ਸੋਚ ਨਹੀਂ ਸਕਦੇ। ਉਹਨਾਂ ਦੇ ਪਿਆਰਿਆਂ ਦਾ ਜਦੋਂ ਇਹ ਹਾਲ ਉਹਨਾਂ ਨੇ ਸੁਣ ਰਹੇ ਨੇ ਤੇ ਸਤਿਗੁਰੂ ਜੀ ਨੇ ਇਹ ਬਚਨ ਵੀ ਕੀਤਾ ਕਿ 2 ਹੀ ਗੱਲਾਂ ਨੇ, ਜਾਂ ਤੇ ਸੂਰਮਿਆਂ ਵਾਂਗੂ ਅੱਗੇ ਵਧੀ ਜਾਓ, ਭਾਵੇਂ ਤੁਹਾਡੇ ਹੱਥ ਛਿੱਤਰ ਆ ਜਾਏ ਫਿਰ ਛਿੱਤਰ ਨਾਲ ਹੀ ਅੱਗੇ ਵਧਦੇ ਜਾਓ, ਜਾਂ ਦੂਸਰਾ ਨਿਮਖੀ ਦਾ ਹੈ। ਫਿਰ ਇਹ ਵੀ ਬਚਨ ਕੀਤਾ, ਨਿਮਖੀ ਦਾ ਸ਼ਸਤਰ ਜਿਹੜਾ ਹੈ ਵੱਡਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹ ਇੱਕ ਵਿਰਾਗਮਈ ਅਵਸਥਾ ਦੇ ਵਿੱਚ ਨੇ, ਕਿਉਂਕਿ ਉਹ ਪਿਆਰੇ ਉਹ ਸ਼ਹੀਦ ਹੁੰਦੇ ਪਏ ਨੇ। ਇੱਥੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ
ਭੈਣੀ ਸਾਹਿਬ ਨੂੰ ਵਾਪਸ ਪਹੁੰਚ ਜਾਂਦੇ ਨੇ। ਫੁਰਸਤ ਨੇ ਪਹਿਲਾਂ ਰਿਪੋਰਟ ਭੇਜ ਦਿੱਤੀ ਸੀ ਕਿ ਭੈਣੀ ਸਾਹਿਬ ਨਾ ਭੇਜਿਓ, ਉਹਨਾਂ ਨੂੰ ਸਿੱਧਾ ਲੁਧਿਆਣੇ ਬੁਲਾ ਲਓ, ਪਰ ਉਹ ਜਿੰਨਾ ਚਿਰ ਨੂੰ ਤਾਰ ਪਹੁੰਚੀ ਉਹਨੇ ਚਿਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਭੈਣੀ ਸਾਹਿਬ ਨੂੰ ਆ ਗਏ। ਸ੍ਰੀ ਭੈਣੀ ਸਾਹਿਬ ਆਉਂਦੇ ਨੇ, ਭੈਣੀ ਸਾਹਿਬ ਆਉਂਦਿਆਂ ਹੀ ਇੰਸਪੈਕਟਰ ਜਿਹੜਾ ਹੈ ਉਹ ਗੁਲਾਬ ਸਿੰਘ ਇੱਥੇ ਪਹੁੰਚ ਜਾਂਦਾ। ਕਰਨਲ ਬੇਲੀ ਜਿਹੜਾ ਹੈ IG ਉਹ ਸਾਹਨੇਵਾਲ ਪਹੁੰਚਿਆ ਹੋਇਆ ਗਾਰਦ ਲੈ ਕੇ। ਆਲੇ ਦੁਆਲੇ ਗਾਰਦਾਂ ਅੰਗਰੇਜ਼ ਦੀਆਂ ਐਕਟਿਵ ਹੋ ਗਈਆਂ ਨੇ। ਭੈਣੀ ਸਾਹਿਬ ਦੇ ਨੇੜੇ ਤੇੜੇ ਜਿਹੜਾ ਘੇਰਾ ਵਧਣਾ ਸ਼ੁਰੂ ਹੋ ਚੁੱਕਿਆ ਹੈ। ਅੰਗਰੇਜ਼ ਹੋਰ ਮਿਲਟਰੀ ਜਿਹੜੀ ਹੈ ਉਹ ਮੰਗਵਾ ਰਿਹਾ ਕਿ ਕੋਈ ਵੀ ਹਮਲਾ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ। ਉਹ ਆਣ ਕੇ ਇਹ ਗੱਲ ਕਹਿੰਦਾ ਜੀ ਲੁਧਿਆਣੇ ਸੱਦਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤਿਆਰ ਹੁੰਦੇ ਨੇ, ਉਹਨਾਂ ਦੇ ਨਾਲ ਸੂਬਾ ਸਾਹਿਬ ਸਿੰਘ ਜੀ, ਸੂਬਾ ਜਵਾਹਰ ਸਿੰਘ ਜੀ, ਜਾਂ ਜਿਨ੍ਹਾਂ ਨੂੰ ਅਸੀਂ ਬਾਬਾ ਜਵਾਹਰ ਸਿੰਘ ਜੀ ਕਹਿੰਦੇ ਆ। ਤੀਜਾ ਪੁੱਛਿਆ ਜਾਂਦਾ ਜੀ ਘੋੜੇ ਤਿਆਰ ਕਰੀਏ। ਸਤਿਗੁਰੂ ਜੀ ਕਹਿੰਦੇ ਨਹੀਂ, ਉਹ ਥੱਕੇ ਹੋਏ ਨੇ ਕਿਉਂਕਿ ਸਿਆੜ ਤੋਂ ਆਏ ਨੇ, ਤੇ ਤੁਸੀਂ ਗੱਡਾ ਤਿਆਰ ਕਰੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵਾਸਤੇ ਉਹ ਗੱਡਾ ਗੁਰਦਿੱਤ ਸਿੰਘ ਗਾਡੀ ਜਿਹੜਾ ਉਹ ਲੈ ਕੇ ਆਉਂਦਾ। ਪਖਲੀਆਂ ਲਾ ਕੇ ਜਿਸ ਤਰ੍ਹਾਂ ਕਮਰਾ ਕੋਠਾ ਜਿਹਾ ਕਵਰ ਕਰ ਦਿੱਤਾ ਜਾਂਦਾ ਉਸ ਗੱਡੇ ਨੂੰ, ਕਿਉਂਕਿ ਬਾਰਿਸ਼ ਦੇ ਉਹ ਦਿਨ ਨੇ। ਉਸ ਗੱਡੇ ਨੂੰ ਕਵਰ ਕੀਤਾ ਜਾਂਦਾ। ਸਤਿਗੁਰੂ ਜੀ ਬੈਠਦੇ ਨੇ, ਨਾਲ ਸੂਬਾ ਜਵਾਹਰ ਸਿੰਘ ਹੁਰੀ ਨੇ, ਸੂਬਾ ਸਾਹਿਬ ਸਿੰਘ ਹੁਰੀ ਨੇ, ਨਾਨੂ ਸਿੰਘ ਹੈ ਤੇ ਪੰਜਵਾਂ ਭਾਈ ਗੁਰਦਿੱਤ ਸਿੰਘ ਹੈ। ਇਹ ਸ੍ਰੀ ਭੈਣੀ ਸਾਹਿਬ ਦੀ ਧਰਤੀ, ਇੱਕ ਵਿਰਾਗਮਈ ਮਾਹੌਲ। ਸੰਗਤ ਨੂੰ ਸਤਿਗੁਰੂ ਜੀ ਦਾ ਜਿਹੜਾ ਅੰਤਿਮ ਉਪਦੇਸ਼ ਉਹ ਇਹੀ ਸੀ ਕਿ ਜਿਹੜੇ ਗ੍ਰਸਤੀ ਨੇ ਉਹ ਆਪਣੇ ਘਰਾਂ ਨੂੰ ਚਲੇ ਜਾਣ। 272 ਬੰਦੇ ਅੰਗਰੇਜ਼ ਗ੍ਰਿਫਤਾਰ ਕਰਦਾ ਇੱਥੋਂ। 122 ਬੰਦੇ 19 ਤਰੀਕ ਨੂੰ ਛੱਡੇ ਜਾਂਦੇ ਨੇ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ। 50 ਬੰਦੇ ਉਹ ਨੇ ਜਿਨ੍ਹਾਂ ਦਾ ਸ੍ਰੀ ਭੈਣੀ ਸਾਹਿਬ ਤੋਂ ਬਿਨਾਂ ਹੋਰ ਕੋਈ ਘਰ ਕਾਟ ਨਹੀਂ ਹੈਗਾ। ਅੰਗਰੇਜ਼ ਕਹਿੰਦਾ ਹੈ ਕਿ ਇਹੀ ਸਭ ਤੋਂ ਜ਼ਿਆਦਾ ਖਤਰਨਾਕ ਨੇ, ਇਹ ਇੱਕ ਹੁਕਮ ਦੇ ਉੱਤੇ ਸਭ ਕੁਝ ਕਰ ਦੇਣਗੇ। ਉਹ 50 ਬੰਦੇ ਜਿਹੜੇ ਅੰਗਰੇਜ਼ ਉਹਨਾਂ ਨੂੰ ਫੜਦਾ। ਫਿਰ ਉਹਦੇ ਬਾਰੇ ਇੱਕ ਚਿੱਠੀ ਇਹ ਵੀ ਸਰਕਾਰੀ ਰਿਕਾਰਡ ਵਿੱਚ ਆਉਂਦੀ ਹੈ ਕਿ ਇਹਨਾਂ ਨੂੰ ਤਾਂ ਛੱਡਿਆ ਜਾਵੇਗਾ ਜੇ ਕੋਈ ਇਹਨਾਂ ਦੀਆਂ ਜ਼ਮਾਨਤਾਂ ਦੇਵੇਗਾ। ਭੈਣੀ ਸਾਹਿਬ ਦੇ ਚੱਪਾ ਚੱਪਾ ਜਿਹੜਾ ਸੀ ਉਹ ਪੁੱਟਿਆ ਜਾਂਦਾ। ਕਿੱਥੇ ਕੀ ਹੈ ਸਾਡਾ, ਇੱਥੋਂ ਜੋ ਕੁਛ ਹੈ ਸੀ ਉਹ ਖਜ਼ਾਨੇ। ਇਹਦੀ ਨਾਰ ਸਿੰਘ ਨੇ ਇੱਕ ਗੱਲ ਕੀਤੀ ਹੈ, ਉਹ ਕਹਿੰਦਾ ਜੋ ਗਹਿਣੇ ਗੱਟੇ ਗੁਰੂ ਘਰ ਦੇ ਅੰਗਰੇਜ਼ ਜ਼ਬਤ ਕਰਦਾ ਉਹ ਆਜ਼ਾਦ ਹੋਣ ਤੋਂ ਬਾਅਦ ਵੀ, ਭਾਰਤ ਆਜ਼ਾਦ ਹੋਣ ਤੋਂ ਬਾਅਦ ਵੀ ਉਹ ਚੀਜ਼ਾਂ ਜਿਹੜੀਆਂ ਸਨ ਸਾਨੂੰ ਵਾਪਸ ਨਾ ਮਿਲੀਆਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚੋਗੇ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀਆਂ ਉਹ ਕੀਮਤੀ ਵਸਤੂਆਂ ਜਿਹੜੀਆਂ ਉਹ ਵਰਤਦੇ ਰਹੇ, ਉਹ 1-2 ਸੰਦੂਕਾਂ ਦੇ ਵਿੱਚ ਪਾ ਕੇ ਲੁਧਿਆਣੇ ਭੇਜ ਦਿੱਤੀਆਂ ਜਾਂਦੀਆਂ ਨੇ। ਭੈਣੀ ਸਾਹਿਬ ਗਾਰਦ ਚੌਂਕੀ ਜਿਹੜੀ ਹੈ ਉਹ ਪੱਕੀ ਬਿਠਾ ਦਿੱਤੀ ਜਾਂਦੀ ਹੈ ਇਸ ਸਾਕੇ ਤੋਂ ਬਾਅਦ, ਜਿਹੜੀ 50 ਸਾਲ ਬਾਅਦ ਤੱਕ ਚੱਲਦੀ ਹੈ, 1922 ਤੱਕ ਚੱਲਦੀ ਹੈ। ਅਸੀਂ ਉਸ ਚੌਂਕੀ ਦੇ ਬਾਰੇ ਵੀ ਸਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਉਹ ਸਾਰੇ ਪਾਸਿਓਂ ਨਾਮਧਾਰੀਆਂ ਦੇ ਉੱਤੇ ਜਿਹੜੇ ਨੇ ਉਹ ਸਖਤੀ ਦੇ ਦੌਰ ਸ਼ੁਰੂ ਹੋ ਜਾਂਦੇ ਨੇ। ਹਰ ਪਾਸੇ ਹੁਕਮ ਜਿਹੜੇ ਨੇ ਉਹ ਚੜ੍ਹ ਜਾਂਦੇ ਨੇ ਕਿ ਕੂਕਾ ਜਿਹੜਾ ਉਹ ਪਿੰਡ ਵਿੱਚ ਨਹੀਂ ਵੜਨ ਦੇਣਾ। ਇਸ ਤਰ੍ਹਾਂ ਦੇ ਹੁਕਮ ਜਿਹੜੇ ਨੇ ਜਾਰੀ ਹੁੰਦੇ ਨੇ। ਦੂਸਰੇ ਬੰਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਲੁਧਿਆਣੇ ਜਾਂਦੇ ਨੇ, ਪਹੁੰਚਦੇ ਨੇ, ਕਮਿਸ਼ਨਰ ਅੰਬਾਲੇ ਦਾ ਕਮਿਸ਼ਨਰ ਫੁਰਸਤ ਉਹ ਪਹੁੰਚਿਆ ਹੋਇਆ, ਉਹਦੇ ਨਾਲ ਵਾਰਤਾਲਾਪ ਹੁੰਦਾ ਹੈ। ਉਹ ਵਾਰਤਾਲਾਪ ਜਿਹੜਾ ਸਵੇਰੇ 4 ਵਜੇ ਤੱਕ ਚੱਲਦਾ ਹੈ ਤੇ ਸਵੇਰੇ 4 ਵਜੇ ਸਪੈਸ਼ਲ ਗੱਡੀ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਇਲਾਹਾਬਾਦ ਭੇਜਿਆ ਜਾਂਦਾ। ਉਹਨਾਂ ਦੇ ਸੂਬਾ ਲੱਖਾ ਸਿੰਘ ਵੀ ਉੱਥੇ, ਕਿਉਂਕਿ ਪਹਿਲਾਂ ਲੁਧਿਆਣੇ ਪਹੁੰਚੇ ਹੋਏ ਸਨ। ਉਹਨਾਂ ਦੇ ਨਾਲ ਸੂਬਾ ਜਵਾਹਰ ਸਿੰਘ ਹੁਰੀ ਤੇ ਭਾਈ ਨਾਨੂ ਸਿੰਘ ਹੁਰੀ, ਸੂਬਾ ਸਾਹਿਬ ਸਿੰਘ ਹੁਰੀ, ਇਹ ਸਾਰੇ ਨਾਲ ਨੇ। ਉਸ ਤੋਂ ਬਾਅਦ ਅਗਲੇ ਦਿਨ ਜਿਹੜਾ ਹੈ ਉਹ ਜਿਹੜੇ ਅਗਲੇ ਸੂਬੇ ਨੇ ਜਿਹੜੇ ਸਾਡੇ ਉੱਥੇ ਇਲਾਹਾਬਾਦ ਪਹੁੰਚਦੇ ਨੇ, ਉਹ ਅਗਲੇ ਦਿਨ ਪਹੁੰਚਦੇ ਨੇ ਤੇ ਉਹ 4 ਵਜੇ ਤੱਕ ਵਾਰਤਾਲਾਪ ਹੁੰਦੀ ਹੈ। ਉਸ ਤੋਂ ਬਾਅਦ ਉਹ ਇੱਕ ਚਿੱਠੀ ਲਿਖਦਾ, ਜਿਹੜੀ ਚਿੱਠੀ ਅੰਗਰੇਜ਼ ਸਰਕਾਰ ਦੇ ਕਲਕੱਤੇ ਤੱਕ ਜਿਹੜੀ ਹੈ ਉਹ ਪਹੁੰਚਦੀ ਹੈ। ਉਸ ਚਿੱਠੀ ਦੇ ਵਿੱਚ ਉਹ ਇਹ ਗੱਲ ਹੀ ਕਹਿੰਦਾ ਕਿ ਇਹ ਬਹੁਤ ਮਿਸ਼ਨ ਤਗੜੇ ਦੇ ਉੱਤੇ ਨੇ, ਇੱਥੇ ਰੱਖਣਾ ਖਤਰਨਾਕ ਹੈ। ਉਹ ਜਿਹੜੀ ਵਾਰਤਾਲਾਪ ਸਤਿਗੁਰਾਂ ਦੇ ਨਾਲ ਹੁੰਦੀ ਉਹਦੇ ਵਿੱਚੋਂ ਇਹ ਨਿਚੋੜ ਕੱਢਦਾ। ਉਹ ਕਹਿੰਦਾ ਵੀ ਨਹੀਂ, ਸਭ ਪਤਾ ਸੀ ਇਹਨਾਂ ਨੂੰ ਕੀ ਘਟਨਾਵਾਂ ਕਿਸ ਤਰ੍ਹਾਂ ਵਾਪਰਦੀਆਂ ਪਈਆਂ ਨੇ, ਸਭ ਪਤਾ ਸੀ ਤੇ ਬਹੁਤ ਤੇਜ਼ ਨੇ। ਇਹ ਇੱਥੇ ਰੱਖਣਾ ਜਿਹੜਾ ਹੈ ਉਹ ਖਤਰੇ ਤੋਂ ਖਾਲੀ ਨਹੀਂ। ਇਸ ਕਰਕੇ ਜਲਦੀ ਤੋਂ ਜਲਦੀ ਜਿੰਨੀ ਹੋ ਸਕੇ ਇਹਨਾਂ ਨੂੰ ਹਿੰਦੁਸਤਾਨ ਤੋਂ ਵੀ ਬਾਹਰ ਜਿਹੜਾ ਉਹ ਲਿਜਾਇਆ ਜਾਵੇ, ਉਹ ਪ੍ਰਬੰਧ ਕੀਤਾ ਜਾਵੇ। ਤੇ ਸਤਿਗੁਰਾਂ ਦਾ ਉਹ ਵਿਛੋੜਾ, ਇਹ ਅਸੀਂ 150 ਸਾਲਾ ਸਤਿਗੁਰਾਂ ਦੇ ਵਿਛੋੜੇ ਦਾ ਵੀ ਮਨਾ ਰਹੇ ਹਾਂ, ਸ਼ਹੀਦਾਂ ਦੀ ਯਾਦ ਵਿੱਚ ਵੀ ਮਨਾ ਰਹੇ ਹਾਂ। ਉਹ ਇੱਕ ਦਿਨ ਸੀ ਕੂਕਿਆਂ ਦੇ ਉੱਤੇ 18 ਤਰੀਕ ਵਾਲਾ ਵੀ, ਜਿਹਦੇ 16 ਸਿੰਘ ਸਾਡੇ ਤੋਪ ਨਾਲ ਸ਼ਹੀਦ ਹੋ ਰਹੇ ਨੇ ਮਰੇਲਕੋਟਲੇ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਲੁਧਿਆਣੇ ਤੋਂ ਜਿਹੜਾ ਹੈ ਇਸ ਦੇਸ਼ ਨੂੰ ਛੱਡ ਰਹੇ ਨੇ, ਪੰਜਾਬ ਦੇਸ਼ ਨੂੰ ਛੱਡ ਰਹੇ ਨੇ। ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਕੂਕਿਆਂ ਦੇ ਉੱਤੇ, ਉਹ 18 ਤਰੀਕ ਵਾਲਾ ਦਿਨ ਬੜਾ ਕਹਿਰ ਢਾਉਂਦਾ ਹੈ, 17 ਵਾਲਾ ਵੀ ਢਾਉਂਦਾ, 18 ਵਾਲਾ ਵੀ ਢਾਉਂਦਾ। ਫਿਰ ਉਸ ਤੋਂ ਬਾਅਦ ਤੇ ਫਿਰ 50 ਸਾਲ ਕੂਕੇ ਜਿਹੜੇ ਨੇ ਉਹ ਇਸ ਤਸ਼ੱਦਦ ਨੂੰ ਸਹਿੰਦੇ ਨੇ। ਇੱਕ ਅੰਗਰੇਜ਼ ਲਿਖਾਰੀ ਹੈ, ਹਿਸਟੋਰੀਅਨ ਹੈ, ਡੂਰੈਂਟ ਉਸ ਦਾ ਨਾਮ ਸੀ, ਵੈਲ ਡੂਰੈਂਟ। ਉਹਨੇ ਸਾਰੀ ਦੁਨੀਆ ਦੇ ਵਿੱਚ ਉਹ ਘੁੰਮਿਆ ਬੰਦਾ, ਬਹੁਤ ਸਾਰੇ ਦੇਸ਼ਾਂ ਦੇ ਗਿਆ। ਉਸਨੇ ਇੱਕ ਕਿਤਾਬ ਲਿਖੀ ਜਿਹੜੀ 11 ਵੋਲੀਅਮ ਦੇ ਵਿੱਚ ਸੀ। ਉਹਦਾ ਨਾਮ ਸੀ ਦ ਆਰਟ ਆਫ ਸਿਵਲਾਈਜੇਸ਼ਨ। ਉਹ ਕਿਤਾਬ ਦੇ ਵਿੱਚ ਜਦੋਂ ਹਿੰਦੁਸਤਾਨ ਆਉਂਦਾ, ਹਿੰਦੁਸਤਾਨ ਦਾ ਇਤਿਹਾਸ ਪੜ੍ਹਦਾ ਹੈ, ਤਾਂ ਉਹ ਹੈਰਾਨ ਹੋ ਜਾਂਦਾ, ਇੰਨਾ ਤਸ਼ੱਦਦ ਅੰਗਰੇਜ਼ ਨੇ ਕੀਤਾ। ਉਹ ਆਪਣਾ ਉਹ ਕੰਮ ਵਿੱਚੇ ਛੱਡ ਕੇ ਦ ਕੇਸ ਆਫ ਇੰਡੀਆ ਇੱਕ ਨਾਂ ਦੀ ਕਿਤਾਬ ਲਿਖਦਾ, ਜਿਹਦੇ ਵਿੱਚ ਉਹ ਇਹ ਗੱਲਾਂ ਕਰਦਾ ਕਿ ਗੋਰਿਆਂ ਨੇ ਇਸ ਹਿੰਦੁਸਤਾਨ ਦੇ ਵਿੱਚ ਕੀਤਾ ਕੀ, ਕਿਸ ਤਰ੍ਹਾਂ ਕੀਤਾ। ਪਿੱਛੇ ਜੀ ਸੱਸੀ ਥਰੂਰ ਦੀ ਜਿਹੜੀ ਕਿਤਾਬ ਆਈ ਸੀ, ਬੜੀ ਉਹਦੀ ਚਰਚਾ ਚੱਲੀ ਉਸ ਦੀ, ਉਹ ਵੀ ਇਸੇ ਚੀਜ਼ ਦੇ ਉੱਤੇ ਸੀ ਕਿ ਅੰਗਰੇਜ਼ ਨੇ ਕੀਤਾ ਕੀ ਹਿੰਦੁਸਤਾਨ ਦੇ ਵਿੱਚ, ਕਿੰਨਾ ਤਸ਼ੱਦਦ ਢਾਇਆ। ਉਹ ਲੋਕ ਜਿਹੜੇ ਆਪਣੇ ਆਪ ਨੂੰ ਅੱਜ ਵੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਤੇ ਨਿਆਂ ਪਸੰਦ ਲੋਕ ਸਾਂ, ਉਹ ਕੂਕਿਆਂ ਦਾ ਇਤਿਹਾਸ ਪੜ੍ਹ ਕੇ ਫਿਰ ਇਹ ਗੱਲ ਆਪਣੇ ਚਿਹਰਿਆਂ ਤੇ ਹੱਥ ਮਾਰ ਕੇ ਆਖਣ ਕਿ ਅਸੀਂ ਨਿਆਂ ਪਸੰਦ ਸਾਂ, ਜਾਂ ਸਾਡੇ ਬਜ਼ੁਰਗ ਨਿਆਂ ਪਸੰਦ ਸਨ, ਜਿਨ੍ਹਾਂ ਨੇ ਕੂਕਿਆਂ ਦੇ ਉੱਤੇ ਇੰਨੇ ਜ਼ੁਲਮ ਜਿਹੜੇ ਨੇ ਉਹ ਢਾਏ ਨੇ। ਇਸੇ ਕਰਕੇ ਤੇ ਹੈਨਰੀ ਕਾਟਨ ਵਰਗਾ ਬੰਦਾ ਜਿਹੜਾ IPS ਬੰਗਾਲ ਦੇ ਵਿੱਚ, ਜਦੋਂ ਉਹ ਇੱਥੇ ਰਹਿੰਦੇ ਨੇ, ਬਾਅਦ ਚੋਂ ਇੰਗਲੈਂਡ ਜਾਂਦੇ ਨੇ, ਤੇ ਉਹ ਇਹ ਗੱਲ ਲਿਖਦੇ ਨੇ ਕਿ ਇੱਕ ਈਸਾ ਤੇ ਮਾਣ ਕਰਦਾ ਹੈ ਯੂਰਪ, ਪਰ ਮੈਂ ਬਹੁਤ ਈਸਾ ਜਿਹੜੇ ਨੇ ਉਹ ਤੋਪਾਂ ਨਾਲ ਉੱਡਦੇ ਵੇਖੇ ਨੇ। ਇਹ ਗੱਲ ਕਰਨੀ, ਉਹ IPS ਇਹ ਗੱਲ ਕਰਦਾ ਹੈ ਜਦੋਂ, ਕਿਉਂਕਿ ਹਿੰਦੁਸਤਾਨ ਵਿੱਚ ਰਿਹਾ ਸੀ, ਉਹ ਫਿਰ ਚਲਾ ਜਾਂਦਾ ਇੰਗਲੈਂਡ। ਉਹ ਇੱਕ ਈਸਾ ਤੇ ਮਾਣ ਕਰਦੇ ਨੇ, ਮੈਂ ਕਈ ਈਸਾ ਤੋਪਾਂ ਨਾਲ ਉੱਡਦੇ ਵੇਖੇ ਨੇ ਰੱਕੜ ਦੇ ਵਿੱਚ। ਉਹ ਮਰੇਲਕੋਟਲੇ ਦਾ ਰੱਕੜ ਸਦਾ ਲਈ ਆਬਾਦ ਕਰ ਗਏ, ਕੂਕੇ ਜਾਮ ਸ਼ਹਾਦਤ ਪੀ ਗਏ ਤੋਪਾਂ ਦੀਆਂ ਗਲਾਸਾਂ ਨਾਲ। ਇਹ ਸੌਖਾ ਨਹੀਂ, ਕੁਛ ਵੀ ਜ਼ਿੰਦਗੀ ਆਪਣੀ ਦਾਅ ਤੇ ਲਾਉਣੀ ਕਿਸੇ ਵਾਸਤੇ ਵੀ ਸੌਖੀ ਨਹੀਂ, ਅੱਜ ਵੀ ਸੌਖੀ ਨਹੀਂ। ਪਰ ਉਹਨਾਂ ਦੇ ਅੰਦਰ ਇੱਕ ਜਜ਼ਬਾ ਸੀ, ਇੱਕ ਹੁਕਮ ਵਰਤਦਾ ਸੀ। ਜਦੋਂ ਇਹ ਗੱਲ ਕਹਿੰਦੇ ਸਨ ਕਿ ਸਾਨੂੰ ਬਾਪੂ ਜੀ ਦਾ ਹੁਕਮ ਹੈ, ਹੁਣ ਸੀਸ ਦੇਵਾਂਗੇ। ਇੱਕ ਹੁਕਮ ਸੀ, ਹੁਕਮ ਦੀ ਖੇਡ ਸੀ ਸਾਰੀ। ਮੈਂ ਇੰਨੀਆਂ ਕੁ ਵਰਜਾਂ ਕਰਦਾ, ਖਿਮਾ ਦਾ ਜੱਜ ਸਤਿ ਸ੍ਰੀ ਅਕਾਲ।